ਸਾਡੇ ਸਾਹਮਣੇ ਦੁਨੀਆ ਵਿੱਚ ਦੋ ਹੀ ਰਸਤੇ ਹਨ। ਇੱਕ ਮਨਮਤ ਹੈ, ਮਨਮਾਰਗ, ਇੱਕ ਸੰਤ ਮਤ ਹੈ, ਜਿਸ ਨੂੰ ਅਸੀਂ ਗੁਰੂ ਮਾਰਗ ਜਾਂ ਗੁਰੂ ਮਤ ਵੀ ਕਹਿੰਦੇ ਹਾਂ। ਸਾਡਾ ਜਿੱਥੇ ਵੀ ਜਨਮ ਹੁੰਦਾ ਹੈ, ਕਿਸੇ ਵੀ ਸਮਾਜ ਅੰਦਰ ਹੁੰਦਾ ਹੈ, ਅਸੀਂ ਸਾਰੇ ਹੀ ਇਹ ਕਹਿੰਦੇ ਹਾਂ ਕਿ ਅਸੀਂ ਗੁਰੂ ਮਤ ਦੇ ਉੱਤੇ ਚੱਲਦੇ ਹਾਂ ਔਰ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਠੀਕ ਹੈ। ਸਾਨੂੰ ਪਤਾ ਹੀ ਹੈ ਕਿ ਮੁਸਲਮਾਨਾਂ ਦੇ ਸਮਾਜ ਦੇ ਅੰਦਰ ਮੱਕੇ ਦੀ ਯਾਤਰਾ ਕਰਨੀ, ਜਿੱਥੇ ਮੁਹੰਮਦ ਸਾਹਿਬ ਦਾ ਜਨਮ ਹੋਇਆ ਹੈ, ਸਾਊਦੀ ਅਰਬ ਦੇ ਅੰਦਰ ਨਮਾਜ਼ ਪੜ੍ਹਨੀ, ਸਾਲ ਵਿੱਚ 30 ਦਿਨ ਰੋਜ਼ੇ ਰੱਖਣੇ, ਪਰਮਾਤਮਾ ਦੇ ਨਾਮ ਉੱਪਰ ਜੁਗਾਤ ਕੱਢਣੀ, ਦਾਨ ਦੇਣਾ, ਇਸ ਨੂੰ ਉਹ ਗੁਰਮਤ ਸਮਝਦੇ ਹੈ। ਇਸੇ ਤਰ੍ਹਾਂ ਈਸਾਈਆਂ ਦੇ ਸਮਾਜ ਵਿੱਚ ਪੈਦਾ ਹੁੰਦੇ ਹੈ। ਈਸਾਈ ਕੀ ਹੈ ਕਿ ਚਰਚ ਦੇ ਵਿੱਚ ਜਾਣਾ, ਬਪਤਿਸਮਾ ਲੈਣਾ, ਪ੍ਰਾਰਥਨਾ ਕਰਨੀ, ਉਹ ਈਸਾ ਦੇ ਉੱਤੇ ਯਕੀਨ ਲਿਆਉਣਾ ਕਿ ਸਦਾ ਵਾਸਤੇ ਉਹੀ ਮੁਕਤੀ ਦਾ ਦਾਤਾ ਹੈ। ਉਹ ਇਸ ਨੂੰ ਗੁਰਮਤ ਸਮਝਦੇ ਹੈ। ਇਸੇ ਤਰ੍ਹਾਂ ਸਾਡੇ ਹਿੰਦੂਆਂ ਅੰਦਰ ਤੀਰਥ ਯਾਤਰਾ ਕਰਨੀਆਂ, ਟਿੱਕਾ, ਜਨੇਊ ਪਾਉਣਾ, ਗਾਇਤਰੀ ਮੰਤਰ ਦਾ ਜਾਪ ਕਰਨਾ, ਹੋਰ ਵੀ ਕਈ ਕਿਸਮ ਦੇ ਸੰਜਮ ਹਿੰਦੂ ਸਮਾਜ ਦੇ ਅੰਦਰ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਮਤ ਦੇ ਉੱਤੇ ਚੱਲਦੇ ਹਾਂ। ਇਸੇ ਤਰ੍ਹਾਂ ਸਿੱਖ ਸਮਾਜ ਦੇ ਅੰਦਰ 5 ਕਕਾਰਾਂ ਦਾ ਪਾਲਣ ਕਰਨਾ ਬੜਾ ਜ਼ਰੂਰੀ ਸਮਝਿਆ ਹੈ ਜਾਂਦਾ ਹੈ। ਉਹ 5 ਕਕਾਰ ਇਹ ਹੁੰਦੇ ਹੈ, ਕੱਛਾ ਪਾਉਣਾ ਬੜਾ ਜ਼ਰੂਰੀ ਹੈ, ਕਿਰਪਾਨ ਦਾ ਧਾਰਨ ਕਰਨਾ ਔਰ ਕੜਾ ਪਾਉਣਾ, ਹੱਥ ਵਿੱਚ ਕੰਘਾ ਰੱਖਣਾ, ਇਹ ਜ਼ਰੂਰੀ ਸਮਝੇ ਜਾਂਦੇ ਹੈ। ਜਿਹੜਾ ਇਹਨਾਂ ਚੀਜ਼ਾਂ ਨੂੰ ਧਾਰਨ ਕਰ ਲੈਂਦਾ ਹੈ ਉਹ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਗੁਰੂ ਮਤ ਦੇ ਉੱਤੇ ਚੱਲਦਾ ਹਾਂ। ਮੈਂ ਖੁਦ ਸਿੱਖ ਸਮਾਜ ਦੇ ਅੰਦਰ ਪੈਦਾ ਹੋਇਆ ਹੈ ਔਰ ਜੋ ਸਿੱਖ ਸਮਾਜ ਦੇ ਪਾਲਣ ਹੈ, ਬੰਧਨ ਹੈ, ਜਾਂ ਜੋ ਉਹਦੇ ਅੰਦਰ ਰਹਿਤ ਰੱਖਣੀ ਜ਼ਰੂਰੀ ਸੀ, ਉਹ ਮੈਂ ਸਭ ਕੁਝ ਕੀਤਾ ਹੈ। ਅੱਜ ਵੀ ਮੈਂ ਇਹਨਾਂ ਚੀਜ਼ਾਂ ਤੋਂ ਕੋਈ ਮੁਨਕਰ ਨਹੀਂ, ਕਿਉਂਕਿ ਇਹ ਸਾਡੇ ਸਮਾਜ ਦਾ ਰੀਤੀ ਰਿਵਾਜ ਹੈ। ਸੰਤ ਜਦ ਵੀ ਆਉਂਦੇ ਹੈ ਉਹ ਸਾਨੂੰ ਕਿਸੇ ਸਮਾਜ ਦਾ ਬਾਈਕਾਟ ਨਹੀਂ ਕਰਦੇ ਗੇ, ਬਲਕਿ ਸਾਰਾ ਵਿਸ਼ਵ ਉਹਨਾਂ ਦਾ ਆਪਣਾ ਘਰ ਹੁੰਦਾ ਹੈ। ਉਹ ਕਿਸੇ ਦਾ ਸਮਾਜ ਤੋੜਦੇ ਨਹੀਂ, ਨਾ ਉਹ ਨਿਆਂ ਬਣਾਉਂਦੇ ਹੈ, ਬਲਕਿ ਉਹ ਤਾਂ ਕਹਿੰਦੇ ਹੈ ਤੁਸੀਂ ਆਪੋ ਆਪਣੇ ਸਮਾਜਾਂ ਵਿੱਚ ਰਹੋ, ਆਪੋ ਆਪਣੇ ਰੀਤੀ ਰਿਵਾਜ ਕਰੋ। ਮਤਲਬ ਤਾਂ ਸਾਡਾ ਗੁਰੂ ਮਤ ਦੇ ਉੱਤੇ ਚੱਲਣਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਤ ਮਹਾਤਮਾ ਕੀ ਇਸ ਰੀਤੀ ਰਿਵਾਜ ਨੂੰ ਗੁਰੂ ਮਤ ਕਹਿੰਦੇ ਹੈ ਜਾਂ ਗੁਰੂ ਮਤ ਕੋਈ ਹੋਰ ਹੈ? ਕਿਉਂਕਿ ਸਾਨੂੰ ਹਰ ਜਗ੍ਹਾ ਬਚਪਨ ਤੋਂ ਲੈ ਕੇ ਬੁੱਢੇ ਤੱਕ ਗੁਰੂ ਦੀ ਜ਼ਰੂਰਤ ਪੈਂਦੀ ਹੈ। ਪੈਰ ਪੈਰ ਤੇ ਗੁਰੂ ਦੀ ਲੋੜ ਹੈ। ਬੱਚਾ ਜੰਮਦਾ ਹੈ, ਉਸ ਨੂੰ ਆਪਣੇ ਘਰਾਣੇ ਦੀ ਬੋਲੀ ਦਾ ਗਿਆਨ ਨਹੀਂ ਹੁੰਦਾ ਗਾ। ਪਹਿਲਾਂ ਉਹਦੇ ਮਾਤਾ ਪਿਤਾ ਗੁਰੂ ਹੁੰਦੇ ਹੈ, ਜੋ ਉਸ ਘਰਾਣੇ ਦਾ ਰਹਿਣ ਸਹਿਣ, ਬੋਲਣਾ ਚੱਲਣਾ ਉਸ ਨੂੰ ਦੱਸਦੇ ਹੈ। ਉਸ ਤੋਂ ਮਗਰੋਂ ਉਹਦੇ ਭੈਣ ਭਾਈ ਗੁਰੂ ਹੋ ਜਾਂਦੇ ਹੈ, ਉਹ ਉਸ ਦੀ ਨੂੰ ਤੁਰਨਾ ਫਿਰਨਾ ਦੱਸਦੇ ਹੈ। ਜਦ ਬੜੇ ਹੋ ਕੇ ਸਕੂਲਾਂ ਕਾਲਜਾਂ 'ਚ ਜਾਂਦੇ ਹਾਂ, ਅਸੀਂ ਉਹਨਾਂ ਨੂੰ ਗੁਰੂ ਧਾਰਨ ਕਰਦੇ ਹਾਂ ਜੋ ਸਾਨੂੰ ਦੁਨਿਆਵੀ ਸਿੱਖਿਆ ਦਿੰਦੇ ਹੈ। ਇਸੇ ਤਰ੍ਹਾਂ ਇਦੋਂ ਹੋਰ ਬੜੇ ਹੁੰਦੇ ਹੈ, ਸਾਨੂੰ ਸਮਾਜ ਸੁਧਾਰ ਵਾਲੇ ਜਿਤਨੇ ਵੀ ਲੀਡਰ ਨੇਤਾ ਹੁੰਦੇ ਆ ਉਹ ਮਿਲਦੇ ਹੈ। ਉਹ ਸਾਡੇ ਅੰਦਰ ਵਤਨ ਪ੍ਰਤੀ ਜੋ ਫਰਜ਼ ਹੁੰਦੇ ਹੈ ਉਹ ਦੱਸਣਾ ਸ਼ੁਰੂ ਕਰਦੇ ਹੈ ਔਰ ਉਹ ਲੋਕ ਵੀ ਗੁਰੂ ਦਾ ਹੀ ਕੰਮ ਕਰਦੇ ਹੈ। ਲੇਕਿਨ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਚੇਲਾ ਗੁਰੂ ਤੋਂ ਵੱਧ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਗਾ, ਕਿਉਂਕਿ ਅਗਰ ਗੁਰੂ ਜਿਸ ਮੰਜ਼ਿਲ ਦਾ ਸਾਨੂੰ ਮਿਲਿਆ ਹੈ, ਚੇਲਾ ਉੱਥੇ ਪਹੁੰਚ ਸਕਦਾ ਹੈ, ਉਦੋਂ ਅੱਗੇ ਉਹ ਜਾ ਨਹੀਂ ਸਕਦਾ ਗਾ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਦੇ ਨਾਲ ਦੱਸਦੇ ਹੈ ਕਿ ਗੁਰੂ ਮਤ ਕੀ ਚੀਜ਼ ਹੈ। ਉਹ ਸਾਨੂੰ ਦੱਸਦੇ ਹੈ ਕਿ ਸਾਡੀ ਆਤਮਾ ਜਿਹੜੀ ਹੈ ਇਹ ਉਸ ਪਰਮਾਤਮਾ ਦੀ ਅੰਸ਼ ਹੈ। ਇਹ ਆਪਣੇ ਘਰ ਨੂੰ ਭੁੱਲ ਗਈ, ਆਪਣੇ ਅਸਲੇ ਨੂੰ ਭੁੱਲ ਗਈ। ਇਹ ਮਨ ਮਾਇਆ ਦੇ ਦੇਸ਼ ਵਿੱਚ ਆ ਕੇ ਸਭ ਕੁਝ ਭੁਲਾ ਬੈਠੀ ਹੈ।
ਇੱਥੇ ਇਸਨੇ ਦੁੱਖਾਂ ਦੇ ਭਾਰੇ ਆਪਣੇ ਸੀਸ ਦੇ ਉੱਪਰ ਉਠਾ ਲਏ ਹੈ। ਸੰਤ ਮਹਾਤਮਾ ਜਦ ਆਉਂਦੇ ਹੈ ਉਹਨਾਂ ਨੂੰ ਪਤਾ ਹੈ ਕਿ ਇਸ ਪਾਪਾਂ ਦੀ ਦਲਦਲ ਦੇ ਥੱਲੇ ਸ਼ੁੱਧ ਆਤਮਾ ਵੀ ਹੈ, ਔਰ ਜਦ ਆਤਮਾ ਉਸ ਪਾਪਾਂ ਦੇ ਥੱਲੇ ਦਬ ਕੇ ਘਬਰਾਉਂਦੀ ਹੈ, ਦੁੱਖ ਔਰ ਮੁਸੀਬਤਾਂ ਸਹਿੰਦੀ ਹੈ, ਉਸ ਵੇਲੇ ਕੀ ਹੈ ਕਿ ਇਹ ਪੁਕਾਰ ਕਰਦੀ ਹੈ। ਤੋ ਸੰਤ ਮਹਾਤਮਾ ਮਾਲਕ ਇਸ ਮੰਡਲ ਦੇ ਉੱਤੇ ਮਹਾਤਮਾ ਨੂੰ ਭੇਜਦਾ ਹੈ ਕਿ ਜਾਓ ਤੁਸੀਂ ਉਹਨਾਂ ਆਤਮਾ ਦੀ ਮਦਦ ਕਰੋ ਜਿਹੜੀਆਂ ਆਤਮਾ ਮੈਨੂੰ ਮਿਲਣ ਵਾਸਤੇ ਤੜਫ ਰਹੀਆਂ ਹੈ। ਉਹ ਸਾਨੂੰ ਦੱਸਦੇ ਹੈ ਕਿ ਸਮਾਜ ਦਾ ਬਦਲਣਾ, ਕੋਈ ਬੋਲਿਆਂ ਦਾ ਬਦਲਣਾ, ਪਰਮਾਤਮਾ ਦੀ ਭਗਤੀ ਨਾਲ ਕੋਈ ਸਰਬੰਧ ਨਹੀਂਗਾ। ਉਹ ਸਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਤੁਸੀਂ ਗੁਰਮਤਿ ਤੇ ਚੱਲਣਾ ਹੈ। ਕਿ ਪਹਿਲਾਂ ਆਤਮਾ ਦੇ ਉੱਪਰ ਇਹ ਸੱਚਖੰਡ ਦੇ ਵਿੱਚ ਰਹਿੰਦੀ ਸੀ, ਜਦ ਥੱਲੇ ਆਈ, ਨਿਚਲੇ ਮੰਡਲਾਂ ਦੇ ਵਿੱਚ ਆਈ, ਤਾਂ ਇਸ ਦੇ ਉੱਪਰ ਇੱਕ ਖੋਲ ਚੜ ਗਿਆ। ਚਾਹੇ ਤੁਸੀਂ ਪਿੰਜਰਾ ਕਹਿ ਲਓ, ਇਸ ਪਿੰਜਰੇ ਦੇ ਵਿੱਚ ਬੰਦ ਹੋ ਗਈ। ਉਹ ਕਾਰਨ ਦੇਸ਼ ਦਾ ਪਿੰਜਰਾ ਸੀ, ਖੋਲ ਸੀ। ਉਦੋਂ ਥੱਲੇ ਵਾਲੇ ਮੰਡਲ ਵਿੱਚ ਆਈ, ਇਸ ਦੇ ਉੱਪਰ ਸੂਖਸ਼ਮ ਦੇਸ਼ ਦਾ ਖੋਲ ਚੜ ਗਿਆ, ਉਹ ਪਿੰਜਰਾ ਆ ਗਿਆ। ਅਸਥੂਲ ਦੇ ਵਿੱਚ ਤਨ ਦਾ ਪਿੰਜਰਾ ਆ ਗਿਆ, ਜਿਹਦੇ ਵਿੱਚ ਅੱਜ ਆਪਾਂ ਬੈਠੇ ਹਾਂ। ਇਹਨੂੰ ਮਹਾਤਮਾ ਦੁੱਖਾਂ ਦੀ ਦੁਨੀਆ ਕਰਕੇ ਬਿਆਨ ਕਰਦੇ ਹੈ। ਜਦ ਅਸੀਂ ਇਹ ਤਿੰਨਾਂ ਪਿੰਜਰਿਆਂ ਨੂੰ, ਤਿੰਨਾਂ ਖੋਲਾਂ ਨੂੰ ਆਤਮਾ ਦੇ ਉੱਪਰੋਂ ਲਾਹ ਕੇ 10ਵੀਂ ਗਲੀ ਦੇ ਵਿੱਚ ਪਹੁੰਚ ਜਾਂਦੇ ਹਾਂ, ਕਿਉਂਕਿ ਮਹਾਤਮਾ ਸਾਨੂੰ ਦੱਸਦੇ ਹੈ ਕਿ ਇਸ ਇਨਸਾਨੀ ਜਾਮੇ ਦੇ, ਜਿਸ ਨੂੰ 12 ਭਵਨਾਂ ਵਾਲਾ ਮਕਾਨ ਵੀ ਕਿਹਾ, 12 ਮੰਜ਼ਿਲਾ ਮਕਾਨ ਵੀ ਕਿਹਾ, ਈਸਾ ਨੇ ਕਿਹਾ ਸੀ ਕਿ ਮੇਰੇ ਪਿਤਾ ਦੇ ਘਰ ਅੰਦਰ ਅਨੇਕਾਂ ਭਵਨ ਹੈ, ਲੇਕਿਨ ਅਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਇਹਨਾਂ ਭਵਨਾਂ ਦੇ ਅੰਦਰ ਦਾਖਲ ਹੋਣ ਦੀ। ਔਰ ਇਸ ਭਵਨ ਦੇ 9 ਦਰਵਾਜ਼ੇ ਹੈ, 2 ਅੱਖਾਂ ਦੇ ਸੁਰਾਖ ਹੈ, 2 ਕੰਨਾਂ ਦੇ ਹਨ, 2 ਨੱਕ ਦੇ ਸੁਰਾਖ ਹੈ, ਮੂੰਹ ਹੇਠ 2 ਇੰਦਰੀਆਂ ਦੇ ਸੁਰਾਖ ਹਨ। ਇਹ ਦਿਸਦੇ ਸੰਸਾਰ ਦੀ ਤਰਫ ਖੁੱਲ੍ਹਦੇ ਹਨ। ਕਿਆ ਇਹਨਾਂ ਦੇ ਜ਼ਰੀਏ ਅਸੀਂ ਬਹੁਤ ਸਾਰੀ ਆਪਣੀ ਸ਼ਕਤੀ ਆਤਮਾ ਦੀ ਬਰਬਾਦ ਕਰ ਰਹੇ ਹਾਂ, ਖਰਚ ਕਰ ਰਹੇ ਹਾਂ। ਇਹਨਾਂ ਦੇ ਅੰਦਰ ਫਿੱਕੀਆਂ ਲਜਤਾਂ ਹਨ। ਇਹਨਾਂ ਦੇ ਅੰਦਰ ਰਹਿੰਦਿਆਂ ਹੋਇਆਂ 9 ਦਰਵਾਜ਼ਿਆਂ ਦੇ ਅੰਦਰ ਅਸੀਂ ਗੁਰੂ ਮਤ ਦੇ ਉੱਤੇ ਨਹੀਂ ਚੱਲ ਰਹੇ ਹੁੰਦੇ। ਔਰ ਜੋ 10ਵਾਂ ਦਰਵਾਜ਼ਾ ਹੈ ਉਹ ਸਾਡੇ ਸੱਚਖੰਡ ਦੀ ਤਰਫ ਖੁੱਲ੍ਹਦਾ ਹੈ ਕਿ ਅੰਦਰ ਦੀ ਤਰਫ ਖੁੱਲ੍ਹਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ 9 ਦਰਵਾਜ਼ੇ ਕਾਇਆ ਕੋਟ ਗੜ, ਇਸ ਨੂੰ ਗੜ ਕਰਕੇ ਬਿਆਨ ਕੀਤਾ ਹੈ। ਕਹਿੰਦੇ ਇਸ ਦੇ 9 ਦਰਵਾਜ਼ੇ ਹੈ, 10ਵਾਂ ਗੁਪਤ ਰਖੀਜੈ। ਉਹ 10ਵਾਂ ਜਿਹੜਾ ਅੰਦਰ ਦੀ ਤਰਫ ਖੁੱਲ੍ਹਦਾ ਹੈ ਉਹ ਗੁਪਤ ਰੱਖਿਆ ਹੋਇਆ ਹੈ। ਵਜਰ ਕਵਾੜ ਨਾ ਖੁੱਲੀ ਗੁਰ ਸ਼ਬਦ ਖੁਲੀਜੈ। ਆਪ ਕਹਿਣ ਲੱਗੇ ਉਹ ਏਡਾ ਸਖਤ ਕਵਾੜ ਲਾ ਕੇ ਪ੍ਰਮਾਤਮਾ ਪਿੱਛੇ ਬੈਠ ਗਿਆ ਹੈ, ਉਹ ਖੁਦ ਹੀ ਇਨਸਾਨ ਬਣ ਕੇ ਖੋਲ੍ਹਣ ਵਾਸਤੇ ਆਉਂਦਾ ਹੈ। ਔਰ ਜਦ ਅਸੀਂ ਉਸ ਦਰਵਾਜ਼ੇ ਦੇ ਉੱਤੇ ਸਿਮਰਨ ਦੇ ਜ਼ਰੀਏ ਆਪਣੇ ਖਿਆਲ ਨੂੰ ਇਕੱਠਾ ਕਰਦੇ ਹਾਂ, ਫਿਰ ਕੀ ਹੈ ਕਿ ਸਾਡਾ ਉੱਥੋਂ ਸਫ਼ਰ ਸ਼ੁਰੂ ਹੁੰਦਾ ਹੈ। ਉੱਥੋਂ ਗੁਰਮਤ ਦੀ ਅਲਫਬੇ ਹੀ ਸ਼ੁਰੂ ਹੁੰਦੀ ਹੈ। ਫਿਰ ਸਾਨੂੰ ਪਤਾ ਲੱਗਦਾ ਹੈ ਜਦ 10ਵੇਂ ਦੁਆਰ ਦੇ ਵਿੱਚ ਪਹੁੰਚਦੇ ਹਾਂ, ਆਤਮਾ ਜਾਗ ਪੈਂਦੀ ਹੈ। ਫਿਰ ਆਤਮਾ ਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਮਨ ਮਾਇਆ ਦੀ ਮੈਲ ਦੇ ਵਿੱਚ ਦੱਬੀ ਰਹੀ, ਬਾਹਰ ਰੀਤੀ ਰਿਵਾਜ ਦੇ ਵਿੱਚ ਉਲਝੀ ਰਹੀ। ਔਰ ਉਸ ਤੋਂ ਮਗਰੋਂ ਆਤਮਾ ਨੂੰ ਜਦ ਜਾਗ ਆਉਂਦੀ ਹੈ, ਇਹ ਫਿਰ ਉੱਪਰ ਜਾਂਦੀ ਹੈ, ਕਿਉਂਕਿ ਇਸ ਤੋਂ ਵੀ ਅੱਗੇ 2 ਮੰਜ਼ਿਲਾਂ ਹੋਰ ਉੱਪਰ ਜਾਣਾ ਪੈਂਦਾ ਹੈ। ਔਰ ਭਵਰ ਗੁਫਾ ਔਰ 10ਵੇਂ ਦੁਆਰ ਦੇ ਜੋ ਦਰਮਿਆਨ ਵਿੱਚ ਜਗ੍ਹਾ ਹੈ, ਜਿਸ ਨੂੰ ਮਹਾਕਾਲ ਦਾ ਦੇਸ਼ ਜਾਂ ਮਹਾਸੁੰਨ ਕਰਕੇ ਬਿਆਨ ਕੀਤਾ ਗਿਆ ਹੈ, ਉਸ ਦੇ ਅੰਦਰ ਅਸੀਂ ਬਗੈਰ ਗੁਰੂ ਤੋਂ ਕਦੇ ਵੀ ਪਾਰ ਨਹੀਂ ਹੋ ਸਕਦੇ। ਹਾਲਾਂਕਿ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਜੋ ਆਤਮਾ 10ਵੇਂ ਦੁਆਰ ਦੇ ਵਿੱਚ ਪਹੁੰਚ ਜਾਂਦੀ ਹੈ, ਉਸ ਦਾ 12 ਸੂਰਜ ਦਾ ਨੂਰ ਔਰ ਪ੍ਰਕਾਸ਼ ਹੋ ਜਾਂਦਾ ਹੈ। ਲੇਕਿਨ ਇਸ ਤਿਮਰਖੰਡ ਮਹਾਸੁੰਨ ਦੇ ਵਿੱਚ ਜਾ ਕੇ ਉਹ ਚਾਨਣ, ਉਹ ਪ੍ਰਕਾਸ਼ ਕੋਈ ਕੰਮ ਨਹੀਂ ਦਿੰਦਾਗਾ। ਇੱਥੇ ਮਹਾਤਮਾ ਸਾਨੂੰ ਦੱਸਦੇ ਹੈ, ਹਿੰਦੂ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਗੁਰੂ ਕੌਣ ਹੈ ਜੋ ਉੱਥੇ ਪ੍ਰਕਾਸ਼ ਕਰਦੇ, ਨੂਰ ਪੈਦਾ ਕਰ ਦੇਵੇ, ਕਿਉਂਕਿ ਉੱਥੇ ਗੁਰੂ ਹੀ ਸਾਨੂੰ ਅੱਗੇ ਲਿਜਾ ਸਕਦਾ ਹੈ। ਉੱਥੇ ਬੜੀਆਂ ਆਤਮਾ ਕੰਬਲ ਭੂਸੇ ਖਾਂਦੀਆਂ ਹੁੰਦੀਆਂ ਹਨ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਤੁਸੀਂ ਖੁਦ ਅੰਦਰ ਜਾ ਕੇ ਦੇਖੋ। ਸਤਸੰਗੀਆਂ ਨੂੰ ਪਤਾ ਹੀ ਹੈ ਜਿਹੜੇ ਅੰਦਰ ਜਾਂਦੇ ਹੈ ਕਿ ਉੱਥੇ ਬਹੁਤ ਸਾਰੀਆਂ ਆਤਮਾ ਕਾਲ ਨੇ ਗੁੰਮਰਾਹ ਕੀਤੀਆਂ ਹੋਈਆਂ ਹੈ, ਜਿਨ੍ਹਾਂ ਨੂੰ ਪੂਰਾ ਗੁਰੂ ਨਹੀਂ ਮਿਲਿਆਗਾ। ਔਰ ਜਦ ਸਤਸੰਗੀ ਉੱਥੋਂ ਦੀ ਲੰਘਦੇ ਹੈ, ਉਹ ਬੇਨਤੀਆਂ ਕਰਦੀਆਂ ਆਤਮਾ ਕਿ ਸਾਨੂੰ ਵੀ ਨਾਲ ਲੈ ਚੱਲੋ।
ਉਹ ਪਹੁੰਚੀਆਂ ਹੋਏ ਜਿਹੜੇ ਸਤਸੰਗੀ ਹੁੰਦੇ ਆ ਉਹ ਕਹਿੰਦੇ ਤੁਸੀਂ ਸਭ ਤੋਂ ਪਹਿਲਾਂ ਗੁਰੂ ਨੂੰ ਧਾਰਨ ਕਰੋ। ਕਿਸ ਗੁਰੂ ਨੂੰ ਧਾਰਨ ਕਰੋ? ਕਿ ਜਿਹੜਾ ਇੱਥੋਂ ਦੀ ਰੋਜ਼ ਜਾਂਦਾ ਹੈ, ਹਰ ਰੋਜ਼ ਲੰਘਦਾ ਹੈ। ਗੁਰੂ ਉਹ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਉਹ ਨਹੀਂ ਗੁਰੂ ਕੇ ਕੰਨ 'ਚ ਫੂਕ ਮਾਰ ਦਿੱਤੀ, ਮੈਂ ਤੇਰਾ ਗੁਰੂ ਹੋ ਗਿਆ, ਤੂੰ ਮੇਰਾ ਚੇਲਾ ਹੋ ਗਿਆ। ਇਸ ਵਾਸਤੇ ਗੁਰੂ ਜਿਹੜਾ ਹੈ ਉਹ ਸਾਨੂੰ ਉਸ ਅੰਧੇਰੇ ਤੋਂ ਪਾਰ ਕਰਾਉਂਦਾ ਹੈ। ਅੱਗੇ ਅਸੀਂ ਭੱਬਰ ਗੁਫਾ ਦੇ ਦੇਸ਼ ਵਿੱਚ ਪਹੁੰਚ ਜਾਂਦੇ ਹੈ, ਉੱਥੇ ਆਤਮਾ ਪਹੁੰਚ ਕੇ ਮਸਤ ਹੋ ਜਾਂਦੀ ਹੈ ਔਰ ਇਸ ਦੇ ਆਪਣੇ ਵਤਨ ਦੀ ਯਾਦ ਆਉਂਦੀ ਹੈ ਔਰ ਇਹ ਅੱਗੇ ਪਰਮਾਤਮਾ ਦੀ ਮਿਲਣ ਦੀ ਕੋਸ਼ਿਸ਼ ਕਰਦੀ ਹੈ। ਭੱਬਰ ਗੁਫਾ ਜੋ ਹੈ ਉਹ ਸੱਚਖੰਡ ਦਾ ਬੂਹਾ ਹੈ। ਕਿਆ ਫਿਰ ਆਤਮਾ ਦੇ ਅੰਦਰ ਦਇਆ ਉੱਠਦੀ ਹੈ ਉੱਥੇ ਪਹੁੰਚ ਕੇ ਕਿ ਮੇਰੀਆਂ ਨਾਲ ਦੀਆਂ ਜਿਹੜੀਆਂ ਸਖੀਆਂ ਆਤਮਾ ਹੈ ਉਹ ਕਾਲ ਦੀ ਜੇਲ੍ਹ ਵਿੱਚ ਫਸੀਆਂ ਹੋਈਆਂ ਹੈ ਔਰ ਜਿਸ ਰਸਤੇ ਉਹ ਆਤਮਾ ਜਾਂਦੀ ਹੈ ਉਸੇ ਉਹ ਰੋਜ਼-ਰੋਜ਼ ਵਾਪਸ ਆਉਂਦੀ ਹੈ ਔਰ ਇੱਥੋਂ ਦੀਆਂ ਆਤਮਾ ਨੂੰ ਉਹ ਸੰਦੇਸ਼ ਦਿੰਦੀ ਹੈ ਕਿ ਕਾਲ ਦੀ ਨਗਰੀ ਵਿੱਚ ਦੁੱਖ ਹੈ, ਮੁਸੀਬਤ ਹੈ। ਮੈਂ ਤੁਹਾਨੂੰ ਇੱਕ ਐਸੇ ਦੇਸ਼ ਦੀ ਦੱਸ ਪਾਉਣਾ ਹੈ ਜਿੱਥੇ ਮੌਤ ਨਹੀਂ, ਪੈਦਾਇਸ਼ ਨਹੀਂ, ਸ਼ਾਂਤੀ ਹੈ। ਉੱਥੇ ਦੁੱਖ ਦਿਖਾਉਂਦਾ ਕੋਈ ਨਹੀਂ ਗਾ। ਇਸ ਵਾਸਤੇ ਜਿਨ੍ਹਾਂ ਦਾ ਨਸੀਬ ਹੁੰਦਾ ਹੈ, ਉੱਚੇ ਭਾਗ ਹੁੰਦੇ ਹੈ, ਉਹ ਉਸ ਪਹੁੰਚੀ ਹੋਈ ਆਤਮਾ ਦੀ ਸੰਗਤ ਔਰ ਸੋਭਤ ਤੋਂ ਫਾਇਦਾ ਉਠਾ ਕੇ ਉਹਦੇ ਨਾਲ ਚਲੇ ਜਾਂਦੇ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੋ ਚੇਤ, ਛੁੱਟੇ ਤਿਲ ਬਵਾੜ ਜਿਉ ਸੁਈਆਂ ਅੰਦਰ ਖੇਤ। ਖੇਤਾਂ ਅੰਦਰ ਛੁੱਟੀ ਹੈ, ਕਹੋ ਨਾਨਕ ਸੋ ਨਾ ਹੈ, ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸੁਆਹੇ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਜਿਹੜੇ ਆਦਮੀ ਇਹ ਕਹਿੰਦੇ ਆ ਕਿ ਅਸੀਂ ਪੂਰੇ ਗੁਰੂ ਕੋਲੇ ਕੀ ਜਾਣਾ ਹੈ, ਅਸੀਂ ਘਰੇ ਸਭ ਕੁਝ ਕਰ ਸਕਦੇ ਹਾਂ, ਉਹ ਕਹਿਣ ਲੱਗੇ ਉਹਨਾਂ ਦੀ ਹਾਲਤ ਇਹ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਜਿਹੜੇ ਆਪਣੇ ਆਪ ਵਿੱਚ ਸੁਚੇਤ ਹੋਏ ਬੈਠੇ ਹੈ। ਛੁੱਟੇ ਤਿਲ ਬਵਾੜ ਜਿਉ ਸੁਈਏ ਅੰਦਰ ਖੇਤ। ਗੁਰੂ ਨਾਨਕ ਸਾਹਿਬ ਨੇ ਬੜੀ ਇੱਕ ਅੱਛੀ ਮਿਸਾਲ ਦੇ ਕੇ ਸਮਝਾਈ ਹੈ। ਜਿਸ ਤਰ੍ਹਾਂ ਜ਼ਿਮੀਂਦਾਰ ਦਾ ਤਿਲਾਂ ਦਾ ਖੇਤ ਹੁੰਦਾ ਹੈ, ਉਹ ਸਾਰੇ ਤਿਲਾਂ ਨੂੰ ਖਾਦ ਵੀ ਪਾਉਂਦਾ ਹੈ, ਪਾਣੀ ਵੀ ਇੱਕੋ ਜਿਹਾ ਦਿੰਦਾ ਹੈ, ਲੇਕਿਨ ਉਹਨਾਂ ਵਿੱਚ ਬਹੁਤ ਸਾਰੇ ਇਸ ਕਿਸਮ ਦੇ ਪੌਦੇ ਹੁੰਦੇ ਹੈ ਜਿਨ੍ਹਾਂ ਨੂੰ ਡੋਡੀਆਂ ਲੱਗਦੀਆਂ ਹੈ, ਫੁੱਲ ਵੀ ਲੱਗਦੇ ਹੈ, ਲੇਕਿਨ ਉਹਨਾਂ ਡੋਡੀਆਂ ਦੇ ਅੰਦਰ ਕੋਈ ਬੀਜ ਨਹੀਂ ਬਣਦਾਗਾ, ਸੁਆਹ ਪੈਦਾ ਹੋ ਜਾਂਦੀ ਹੈ। ਜੋ ਜੱਟ ਤਿਲਾਂ ਦੇ ਖੇਤ ਦਾ ਵਾਕਫ ਹੁੰਦਾ ਹੈ ਉਹ ਕੀ ਕਰਦਾ ਹੈ, ਉਸ ਨੂੰ ਕੱਟਦਾ ਨਹੀਂਗਾ, ਉਸੇ ਥਾਂ ਹੀ ਛੱਡਿਆ ਆਉਂਦਾ ਹੈ। ਉਸ ਦਾ ਕੋਈ ਮਾਲਕ ਨਹੀਂ ਹੁੰਦਾਗਾ, ਬਲਕਿ ਪਸ਼ੂ ਪੰਛੀ ਵੀ ਉਸ ਪੌਦੇ ਨੂੰ ਨਹੀਂ ਖਾਂਦੇਗੇ, ਉਹ ਖੇਤ 'ਚ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜੇ ਪੂਰੇ ਗੁਰੂ ਤੋਂ ਨਾਮ ਨਹੀਂ ਲੈਂਦੇਗੇ, ਆਪਣੇ ਆਪ ਸੁਚੇਤ ਹੋਏ ਫਿਰਦੇ ਹੈ, ਉਹਨਾਂ ਦੇ ਬੱਚੇ ਵੀ ਹਨ, ਬੱਚੀਆਂ ਵੀ ਹਨ, ਉਹਨਾਂ ਦੀ ਅੱਛੀ ਸਿਹਤ ਹੈ, ਉਹਨਾਂ ਕੋਲ ਧਨ ਦੌਲਤ ਵੀ ਹੈ। ਜਿਸ ਤਰ੍ਹਾਂ ਉਹ ਤਿਲ ਦੇ ਪੌਦੇ ਦੇ ਅੰਦਰ ਸਾਰਾ ਕੁਝ ਹੀ ਹੁੰਦਾ ਹੈ, ਲੇਕਿਨ ਉਸ ਦੇ ਅੰਦਰੋਂ ਬੀਜ ਨਹੀਂ ਬਣਦਾਗਾ ਔਰ ਜ਼ਿਮੀਂਦਾਰ ਉਸ ਨੂੰ ਖੇਤ ਛੱਡਿਆ ਹੁੰਦਾ ਹੈ। ਇਸੇ ਤਰ੍ਹਾਂ ਜਦ ਮੌਤ ਆਉਂਦੀ ਹੈ, ਉੱਥੇ ਉਸੇ ਆਤਮਾ ਦਾ ਕੋਈ ਵਾਰਸ ਨਹੀਂ ਹੁੰਦਾਗਾ ਔਰ ਕਾਲ ਵੀ ਉਸ ਨੂੰ ਅੱਗੇ ਅੰਗੀਕਾਰ ਨਹੀਂ ਕਰਦਾਗਾ, ਉਹ ਵੀ ਨਰਕਾਂ ਦੇ ਵਿੱਚ ਪਾਉਂਦਾ ਹੈ, ਧਰਮਰਾਜ ਦੇ ਦੂਤਾਂ ਤੋਂ ਉਸ ਦੀ ਸੰਭਾਲ ਕਰਾਉਂਦਾ ਹੈ। ਆਪ ਕਹਿਣ ਲੱਗੇ, ਬੇਸ਼ੱਕ ਉਹ ਕਿਤਨੇ ਵੀ ਸੁਚੇਤ ਕਿਉਂ ਨਾ ਹੋਏ ਫਿਰਨ, ਆਖਰ ਉਹਦੀ ਹਾਲਤ ਪਰਮਾਤਮਾ ਦੇ ਦਰਬਾਰ ਵਿੱਚ ਇੱਕੋ ਤਿਲ ਦੇ ਖੇਤ, ਤਿਲ ਦੇ ਪੌਦੇ ਨਾਲੋਂ ਜ਼ਿਆਦਾ ਨਹੀਂ ਗੀ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ। ਫਿਰ ਸਾਨੂੰ ਪਤਾ ਲੱਗਦਾ ਹੈ ਕਿ ਕੀ ਅਸੀਂ ਗੁਰੂ ਮਤ ਤੇ ਚੱਲਦੇ ਹਾਂ ਜਾਂ ਮਨ ਮਤ ਦੇ ਉੱਤੇ ਚੱਲਦੇ ਹਾਂ। ਅਗਰ ਜੇ ਬਾਹਰ ਰੀਤੀ ਰਿਵਾਜ ਕਰਮ ਕਾਂਡ ਹੀ ਗੁਰੂ ਮਤ ਹੋਵੇ, ਅੱਜ ਤੁਹਾਨੂੰ ਪਤਾ ਹੀ ਹੈ ਸਮਾਜਾਂ ਦੇ ਅੰਦਰ ਕਿਸ ਤਰ੍ਹਾਂ ਇੱਕ ਦੂਸਰੇ ਦੀ ਨਿੰਦਿਆ ਆਲੋਚਨਾ ਕਰ ਰਹੇ ਹੈ, ਕਿਸ ਤਰ੍ਹਾਂ ਅਸੀਂ ਮਹਾਤਮਾ ਦੇ ਸੰਦੇਸ਼ ਨੂੰ ਭੁੱਲ ਕੇ ਗੁਰੂ ਮਤ ਨੂੰ ਛੱਡ ਕੇ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹਾਂ। ਇਹ ਕਿਉਂ ਹੋਏ ਬੈਠੇ ਹਾਂ? ਅਸੀਂ ਗੁਰੂ ਮਤ ਤੋਂ ਕਰੋੜਾਂ ਕੋਹਾਂ ਦੂਰ ਚਲੇ ਗਏ ਹਾਂ। ਅਗਰ ਗੁਰੂ ਮਤ ਦੇ ਉੱਤੇ ਚੱਲੀਏ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਪੜ੍ਹ ਕੇ ਦੇਖ ਲਓ। ਆਪ ਕਹਿਣ ਲੱਗੇ ਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਹਾਂ, ਉਹ ਨੁਕਸਾ ਦੱਸਦਾ ਹਾਂ ਜਿਹਦੇ ਨਾਲ ਤੁਸੀਂ ਪਰਮਾਤਮਾ ਨੂੰ ਪਾ ਸਕਦੇ ਹੋ। ਉਹ ਕਹਿੰਦੇ ਆ, ਪਰਮਾਤਮਾ ਇੱਕ ਪਿਆਰ ਹੈ, ਆਤਮਾ ਵੀ ਉਸ ਪਿਆਰ ਦਾ ਹੀ ਇੱਕ ਕਤਰਾ ਹੈ। ਅਗਰ ਤੁਸੀਂ ਆਪਣੇ ਅੰਦਰ ਪਿਆਰ ਪੈਦਾ ਕਰੋਗੇ ਤਾਂ ਤੁਸੀਂ ਉਸ ਪਿਆਰ ਦੇ ਵਿੱਚ ਜਾ ਕੇ ਸਮਾ ਜਾਓਗੇ। ਆਪ ਕਹਿੰਦੇ, ਸਾਚ ਕਹੂੰ ਸੁਣ ਲਿਓ ਸਭੈ ਜਨ, ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੈਂ ਤੁਹਾਨੂੰ ਸੱਚੀ ਸੱਚੀ ਗੱਲ ਦੱਸਦਾ ਹਾਂ ਕਿ ਜਿਨ੍ਹਾਂ ਨੇ ਪਿਆਰ ਕੀਤਾ ਹੈ ਉਹ ਹਮੇਸ਼ਾ ਹੀ ਪ੍ਰਮਾਤਮਾ ਦੇ ਪਾਸ ਪਹੁੰਚ ਜਾਂਦੇ ਹੈ। ਈਸਾ ਮਸੀਹ ਕਹਿੰਦਾ ਹੈ ਕਿ ਤੁਸੀਂ ਆਪਣੇ ਹਮਸਾਏ ਦੇ ਨਾਲ ਉਤਨਾ ਹੀ ਪਿਆਰ ਕਰੋ, ਉਸ ਤਰ੍ਹਾਂ ਦਾ ਹੀ ਸਲੂਕ ਕਰੋ ਜਿਹੋ ਜਿਹਾ ਤੁਸੀਂ ਆਪਣੇ ਨਾਲ ਚਾਹੁੰਦੇ ਹੋ। ਸੋ ਇਸ ਵਾਸਤੇ ਅਗਰ ਅਸੀਂ ਗੁਰੂ ਮਤ ਦੇ ਉੱਤੇ ਚੱਲੀਏ ਤਾਂ ਅਸੀਂ ਵੀ ਹਰ ਇੱਕ ਨੂੰ ਪਿਆਰ ਹੀ
पेश करिए, प्यार ही दईए। इस वास्ते असीं गुरु मत ते नहीं चलदे गे। महात्मा सानू दसदे आ जो गुरु मत दे उत्ते चलदे है उन्हां नूं पता है कि साडा सब दा एक परमात्मा है, असीं सब उस दे बच्चे हैं। कदे भरा भरा आपसरी में दुश्मनी नहीं करदे गे और असीं भी सारे हर समाजां च रहिंदे होए आपसरी में प्यार करिए, मुहब्बत करिए। जे सानू ये पता लग जावे कि साडा एक पिता परमात्मा सब दा दाता है, सब दा बादशाह है। लेकिन महात्मा सानू दसदे आ कित्थों जाके गुरमत शुरू हुंदी है, किस तरह गुरुमत दे उत्ते चलना है, फिर सानू पता लगदा है। सो आपदे अगे स्वामी जी महाराज का छोटा जिहा शब्द रखा जाता है कि जिन्हां दे बहुत सारे उच्चे भाग हुंदे है ओहो ही गुरुमत दे उत्ते आउंदे है। आप कहण लगे अगर कोई कीमती हीरा रतन दुनिया दे विच कोई खोज दे काबिल है वो गुरु दी खोज है, गुरु दा मिलाप है। सानू पता है अज दी दुनिया दे अंदर दुनिया ने बड़ी बड़ी खोज की है, बड़ी बड़ी रिसर्च की है। पता ही है सानू कि जिहड़े असीं सालां विच पैंडे करदे सैं वो महीनियां विच, घंटियां विच, दिनां विच कर लैंदे हैं। किस तरह अज दा इंसान हवा दे विच उड्डिया फिरदा है और किस तरह वो अज न्यूयॉर्क दे अंदर है, अमरीका विच है, कल नूं वो हिंदुस्तान पहुंच जाता है। ये की है? इंसान दे दिमाग दी काढ़ है, उहदी खोज दा तजर्बा है। किस तरह दे बड़े बड़े एटम बनाए हुए है। असीं एटमां दे नाल दुनिया दी तबाही दा किस तरह दावा करदे हैं कि अज दा इंसान इन्नी तरक्की करके भी खुश नहीं नज़र दे विच आ रहा। हर एक सहमिया होया है, क्योंकि मैनू विश्व दे अंदर जाण दा 2-3 दफा मौका मिलिया है। मैनू पता है कि किस तरह इंसान सहमिया होया है। हर एक आके इंसान सवाल करता है कि महाराज जी इतने इतने एटम बन चुके हैं, इन्हां दा किवें छुटकारा होएगा? अगर किसी अज दे लीडर दा दिमाग दे विच ये गल आ गई कि मैं इन्हां नूं चलावां, देखां तां सही ये की करदे है, सारी दुनिया देखदे देखदे तबाह हो जाएगी। सो महात्मा सानू दसदे है कि किस तरह असीं कामयाब हो सकते हैं। महात्मा कहंदे आ जो संतां महात्मा रिखियां मुनियां ने ग्रंथ वेद लिखे हन, अगर असीं उन्हां ते उन्हां दी रिसर्च करनी शुरू कर दईए, उन्हां दे उत्ते चलना शुरू कर दईए तां अज सानू एटम रखण दी लोड़ नहीं गी। अज तो पहला तुसीं देख लो बड़े बड़े चोटी दे महात्मा होए, रामचंद्र जी, कृष्ण जी महाराज, गुरु नानक जी महाराज, इस तरह मुहम्मद साहब आए, उन्होंने प्यार का संदेश दिता, उन्होंने हुकूमत नहीं की, उन्होंने प्यार नाल लोकां दे दिल जित ले, दिलां ते राज किया। असीं अज भी उन्हां दा नाम फकर दे नाल लैने हैं कि साडे गुरुदेव जी महाराज किड्डे अच्छे सन। जिहड़े अज महात्मा आए हैं जिस तरह महाराज सावण सिंह, बाबा जयमल सिंह, महाराज कृपाल जी, उन्होंने कोई सानू नवीं गल नहीं दसीगी। उन्होंने भी उन्हां महात्मा का संदेश ही साडे तक पहुँचाया कि वो महात्मा थोड़े वास्ते की कह गए है। हुण असी ग्रंथ पुस्तकां तां पढ़ते हैं, लेकिन जो पढ़ते हैं उन्हां दे उत्ते असीं विचार नहीं करते गए। गुरु नानक साहब ऐसे पढ़न वालियां नूं की कहंदे है? व्यापारी कहंदे है, जिस तरह कोई व्यापार करदा फिरदा है। इसे तरह हजरत बाहू कहंदा है, हाफज हिफज कर करन तकबर, करन मुल्लां वडियाई हूँ, सावण माह दे बदलां वांगू फिरन किताबां चाई हूँ, जिथे देखण चंगा चोखा उथे पढ़न कलाम सबाई हूँ, वो दोही जहानी मुठे बाहू, जिन्ना खाधी वेच कमाई हूँ। गुरु नानक साहब भी कहंदे है, तिरगत ना दा जीविया जो लिख लिख वेचे नाओ, खेती जिनकी उजड़ी खलवाड़े क्या थाओ। वो कहंदे कि जो लोग वेदां शास्त्रां दा गलत इस्तेमाल करते हैं वो वेदां शास्त्रां दे चोर हन और उन्हां नूं परमात्मा कदे माफ नहीं कर सकदा गा। अगर असीं सही अर्थां दे विच इन्हां ग्रंथां नूं पढ़ीए तां साडा सब दा उस परमात्मा दी खिलकत दे नाल प्यार होएगा, परमात्मा नाल प्यार होएगा। साडे अंदरों दुनिया दी विखीली हीर खा निंदिया सब पर ला के उड़ जाएगी। जदों असीं अपने मन दी मत छड्डदे हां, गुरु मत दे उत्ते चलदे हैं, तो स्वामी जी महाराज कहंदे सब नूं चंगी खोज किहड़ी है? गुरु नूं खोजना, गुरु तो नाम लैना और गुरु दे दसे हुए मुताबक अपने अंदर जाके जो कुछ मैं इदों पहलां तुहानूं दस्सिया है कि किस तरह खोज करनी है, किस तरह आत्मा दे उपरों तिन्ने पर्दियां नूं ला के असीं 10वें द्वार दे विच जाना है। जद आत्मा उत्थे नंगी हो जाती है, पर्दियां दे विचों ढकी बाहर निकल आउंदी है, उत्थे लिंग भेद भी खत्म हो जाता है। इहनूं पता है कि ना आत्मा काली है ना गोरी है, ना हिंदुस्तान दे रहण वाली है ना अमरीका अफ्रीका दे रहण वाली है, आत्मा तो आखिर आत्मा ही है। सो इस वास्ते महात्मा सानू प्यार दे नाल समझाउंदे है, इत्थे गुरमत नूं धारण करन वास्ते अपना आप वारना पैंदा है।
मन दे नाल लड़ाई करनी पैंदी है, युद्ध करना पैंदा है। तुलसी साहब कहते हैं मन एडा हठीला दुश्मन है कि जिहड़ा कदे थोड़े कीतियां हार नहीं मनदागा। आप कहते हैं तुलसी रण में जूझना घड़ी एक का काम, नित उठ मन से जूझना बिन खंडे संग्राम। आप कहने लगे मन दे नाल नित लड़ाई करनी पैंदी है, नित युद्ध करना पैंदा है। सो इस वास्ते आप कहने लगे कि संत मत दे विच आउणा, गुरु मत नूं अपनाउणा ਇਹ ਕੀ ਹੈ कि ਅਸੀਂ ਹਠੀਲੇ ਦੁਸ਼ਮਣ ਦੇ ਨਾਲ ਸਾਡਾ ਵਾਹ ਪਿਆ ਹੁੰਦਾ ਹੈ, ਉਹਦੇ ਨਾਲ ਲੜਾਈ ਮੁੱਲ ਲੈਣ ਹੁੰਦੀ ਹੈ। ਲੇਕਿਨ ਜਦ ਸਾਡੇ ਅੰਦਰ ਪਿਆਰ ਜਾਗ ਪੈਂਦਾ ਹੈ, ਆਪਣੇ ਵਤਨ ਦੀ ਯਾਦ ਸਾਡੇ ਅੰਦਰ ਆ ਜਾਂਦੀ ਹੈ, ਤਾਂ ਅਸੀਂ ਫਿਰ ਗੁਰੂ ਮਤ ਦਾ ਜੋ ਰਸਤਾ ਹੈ ਉਹ ਅਪਣਾ ਲੈਂਦੇ ਹਾਂ। ਉਸ ਨੂੰ ਛੱਡਣ ਵਾਸਤੇ ਕਦੇ ਵੀ ਤਿਆਰ ਨਹੀਂ ਹੁੰਦੇਗੇ। ਚਾਹੇ ਸਾਰੀ ਦੁਨੀਆ ਇੱਕ ਪਾਸੇ ਹੋਵੇ, ਨਿੰਦਿਆ ਕਰੇ, ਬੜਾ ਬੜਾ ਮਹਾਤਮਾ ਨੂੰ ਕਸ਼ਟ ਦਿੱਤਾ, ਲੋਕਾਂ ਨੇ ਕੋਈ ਘੱਟ ਨਹੀਂ ਕੀਤੀ। ਤੁਸੀਂ ਗੁਰੂ ਗੋਬਿੰਦ ਸਿੰਘ ਦੀ ਮੈਂ ਮਿਸਾਲ ਦੇ ਕੇ ਹਟਿਆ ਸੀਗਾ, ਜਿਨ੍ਹਾਂ ਨੇ ਪਿਆਰ ਦਾ ਸੰਦੇਸ਼ ਦੁਨੀਆ ਨੂੰ ਦਿੱਤਾ। ਉਹਨਾਂ ਦੇ ਬੱਚੇ ਨੀਹਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਚਿਣ ਦਿੱਤੇ ਸਨ, ਔਰ ਖੁਦ ਵੀ ਗੁਰੂ ਗੋਬਿੰਦ ਸਿੰਘ ਦੇ ਨਾਲ ਇਹਨਾਂ ਲੋਕਾਂ ਨੇ, ਸ਼ਰ੍ਹਾ ਦੇ ਕੈਦੀਆਂ ਨੇ ਘੱਟ ਨਹੀਂ ਕੀਤੀ ਸੀਗੀ। ਆਪ ਨੇ 3 ਮਹੀਨੇ ਬਸਤਰ ਹੀ ਨਹੀਂ ਲਾਏ ਸੀਗੇ। ਤੁਸੀਂ ਦੇਖ ਲਓ, ਅਗਰ ਆਪਾਂ ਇੱਕ ਦਿਨ ਬਸਤਰ ਨਾ ਲਾਈਏ ਕੀ ਹਾਲਤ ਹੋ ਜਾਂਦੀ ਹੈ, ਇੱਕ ਦਿਨ ਇਸ਼ਨਾਨ ਨਾ ਕਰੀਏ। ਉਹ ਤਾਂ ਮਾਲਕ ਦੇ ਪਿਆਰੇ ਸਾਨੂੰ ਇਸ ਦੁਖੀ ਦੁਨੀਆ ਚੋਂ ਕੱਢਣ ਵਾਸਤੇ ਆਉਂਦੇ ਆ, ਲੇਕਿਨ ਅਸੀਂ ਕੀ ਕਰਦੇ ਹਾਂ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਅਸੀਂ ਸੁਸਾਇਟੀਆਂ ਦੇ ਵੱਜੇ ਹੋਏ ਹਾਂ, ਜਿਸ ਤਰ੍ਹਾਂ ਭੇਡਾਂ ਦੇ ਵਾੜੇ ਨੂੰ ਅੱਗ ਲੱਗ ਜਾਵੇ ਔਰ ਲੋਕ ਉਹਨਾਂ ਤੇ ਤਰਸ ਖਾ ਕੇ ਭੇਡਾਂ ਨੂੰ ਬਾਹਰ ਕੱਢਦੇ ਆ ਕਿ ਬਚ ਜਾਣ, ਲੇਕਿਨ ਉਹ ਸੁਸਾਇਟੀ ਦੀਆਂ ਵੱਜੀਆਂ ਹੋਈਆਂ ਉਸੇ ਅੱਗ ਦੇ ਵਿੱਚ ਜਾ ਕੇ ਰਾਖ ਹੋ ਜਾਂਦੀਆਂ ਹੈ। ਇਹੀ ਹਾਲਤ ਸਾਡੀ ਹੈ। ਸੰਤ ਮਹਾਤਮਾ ਸਾਡੇ ਉੱਤੇ ਦਇਆ ਕਰਕੇ ਨਾਮਦਾਨ ਬਖਸ਼ਦੇ ਹੈ, ਪ੍ਰਭੂ ਭਗਤੀ ਕਰਵਾਉਂਦੇ ਹੈ, ਭਗਤੀ ਦਾ ਭੇਦ ਦੱਸਦੇ ਹੈ, ਲੇਕਿਨ ਅਸੀਂ ਇਹ ਕਹਿੰਦੇ ਹਾਂ ਕਿ ਇਹ ਠੀਕ ਨਹੀਂ ਗਾ, ਇਸ ਕਰਾਹੇ ਪਾਉਂਦੇ ਹੈ। स्वामी जी महाराज कहते हैं पंडित भेख पेट के मारे वे संतन पर करते तान, हित कर संत उन्हें समझावे वे मानी ने माने आन। महात्मा उन्होंने भी दया करके समझाते हैं, क्यों वो लोग चिकड़ सिटते हैं। बड़ी सोच विचार की गल है। जब संत महात्मा आते हैं, शब्द नाम का होका देंगे है, उन्होंने लोगों के रोजगार के फर्क पै जाता है, इस वास्ते वो जहाज खड़ा कर देंगे है। सो महात्मा सानू प्यार के नाल समझाते हैं। जब असीं ये सारे कहने हैं परमात्मा एक है, परमात्मा दे मिलण दा रस्ता एक है, वो ये शरीर दे अंदर है, तो फिर किसी नाल दुश्मनी की है, किसी नूं भैड़ा असीं की कह सकते हैं। गुरु नानक साहब कहते हैं कि बुरा भला तिचर आखदा जिचर है दो माहे, गुरमुख एक पछाणिया इको माहे समाहे। गुरमुखां ने एक परमात्मा नूं आप दे अंदर प्रगट कीता है, उसे परमात्मा दा संदेश दिंदे है। ਅਸੀਂ बुरा भला उन्ना चिकर ही कहने हैं जिन्ना चिकर उस परमात्मा तो असीं दूर हैं, जिन्ना चिकर उस परमात्मा से भी विछड़े हुए हैं। इस वास्ते आप प्यार दे नाल समझाउंदे है कि किहड़ी चीज कीमती चीज नूं खोजना है, गुरु नूं खोजना है। गुरु वो हीरा है कि जिसदा असीं किसी भी लफ्ज नाल धन्नवाद नहीं कर सकदेगे और उसका असीं शुक्रिया नहीं कर सकदेगे। की शुक्रिया असीं करांगे? भगत नामदेव जी कहते हैं, अगर मैं तेनू धन दौलत देवां, तेरे कोले नाम दा अखुट धन है, मैं केड़ी चीज तेरे अर्पण करां? सब तेरी दिती हुई है, तू ही दे रहा है। इस वास्ते मैं तन और मन ये चढ़ा देना है, इदों वध होर की हो सकता है। महाराज सावण सिंह सत्संग कर रहे सीगे, मस्ताना बलोचिस्तानी कहन लग्या कि जिसनों शब्द दा रस आ जावे, लज्जत आ जावे, वो गुरु तो की वारे। वो कहन लगे वो मन वार दे। महाराज सावण सिंह कहते हुंदे सी, औरत पति नूं तन दे दिंदी है, मर्द भी औरत नूं तन दे दिंदा है, लेकिन मन कोई भी अर्पदा नहीं गा। हुण जिसने मन दे दिता उसने पिछे की रखिया है। इस वास्ते आप प्यार नाल कहंदे है कि संसार विच अगर कोई कीमती चीज है खोजण वाली तां ओह गुरु दी खोज है जी। पहचान परमार्थी की शब्द चौथा, सतगुरु खोजो री प्यारी, जगत में दुर्लभ रतन यही, सतगुर खोजो रे प्यारी, जगत में दुर्लभ रतन यही, जिन पर मेहर दया सतगुर की, उनको दरस दए।
महाराज कृपाल कहते हुंदे सीगे कि इंसान का बनना मुश्किल है, भगवान का मिलना मुश्किल नहीं हुंदागा, क्योंकि वो प्योर है। उतना ही प्योर होने की सानू जरूरत है। गुरु नानक साहब भी कहते हैं बेशक वो परमात्मा उच्चा है, लेकिन सच्चा सुच्चा जीवन उदों भी उच्चा हुंदा है। इस वास्ते आप कहते जिन्हां दे उपर दया आदि करता दी हुंदी है, जब तुसीं सच्चे सुच्चे उसकी तड़फ विच बैठ जाओगे वो तुहानूं खुद ही घरे आके मिल लेगा। मैं दसदा हुंदा कि किस तरह महाराज सावण सिंह की हिस्ट्री विच आउंदा है कि 22 साल उन्होंने खोज की, बहुत सारे सभा सोसाइटियां दे अंदर गए, बड़े सारे साधु महात्मा नूं मिले। जब उस परमात्मा ने देखा कि मेरी खोज विच कोई आत्मा तड़फ रही है, तो बाबा जैमल सिंह जी कोमरी दे पहाड़ दे उत्ते उन्होंने खुद ही जाके मिले। जिहड़ा उन्हां दा साथी सी बीबी रुखो, उसनूं बाबा जी कहण लगे कि असीं इस सरदार की खातर आए हैं। वो कहण लगी कि इन्हां ने तां तुहानूं सत श्री अकाल भी नहीं बोली। वो कहण लगे इसनूं की पता है, अज तो चौथे दिन नूं अपने सत्संग दे विच आ जाएगा। वाकई ही ऐसा ही होया कि सत्संग दे विच गए। आप कहते हुंदे सी अपने सत्संग दे अंदर कि 22 सालां दे जिहड़े शक शकूक सन, जद बाबा जी का एक एक लफ्ज़ सुनिया वो सारे रफू हो गए। इसे तरह बचपने तो महाराज कृपाल उस परमात्मा की खोज विच सन, बिरे और तड़फ दे विच सन। तो महाराज सावण सिंह 7 साल उन्हां दे अंदर पहला ही आउण लग गए सन। हालांकि दर्शन उस तो बाद होए सन। जद उन्हां दे दर्शन होए किस तरह सी, वो कहते हुंदे कि सानू दरियावां दा बड़ा शौक हुंदा सीगा और सारे दरियावां दी सैर की। दिल दे विच ख्याल आया कि अज ब्यास दरिया की सैर भी करिए। जद ब्यास दरिया के उत्ते वो स्टेशन के उत्ते उतरे, उत्थों के स्टेशन मास्टर नूं पुछया कि दरिया नूं किहड़ी डंडी जाती है। वो सत्संगी सी महाराज सावण सिंह दा। वो कहण लग्या कि तुसीं संतां नूं मिलना है। वो कहण लग्या कि संत इत्थे रहिंदे है। दिल च ख्याल आया कि एक पंथ दो काज, भी चलो दरिया की सैर भी हो जाएगी, संतां नूं भी मिल लवांगे। जद अगे गए महाराज सावण सिंह नूं देखिया, ख्याल आया कि ये तो उही महात्मा है जिहड़ा 7 साल तो मेरे अंदर आ रहा है। वो कहण लगे कि इन्नी देर क्यों लाई। वो कहण लगे आहा ही वक्त जिहड़ा सी मालिक की तरफों मुकर्रर सी। इसे तरह मैं बहुत सारे कर्मकांड किए, धूणियां वगैरह तपाइयां, होर बहुत सारे बड़े बड़े मठां दे अंदर मैं गया जो हिंदुस्तान के अंदर मशहूर मठ हैं। सब दे कोले मैं गया, सब दे नूं शरधा दे नाल मिलिया, प्यार नाल पुछ कीती कि मैं इस चीज़ की तलाश दे विच हैं। बाबा बिशन दास ने मैनूं 2 शब्द का भेद दिता होया है। निरा भेद ही नहीं बल्कि प्रैक्टिकल है। जब मैं ये गल दसदा सीगा तो जो मठां दे संचालक सन वो सब चुप हो जाते सन, क्योंकि जब पूरा शिष्य आउंदा है तो पखंडी गुरु जिहड़ा है वो खुद ही भजदा है। उन्हें पता है कि हुण मेरा जिहड़ा पढ़दा है वो चुक्या जाएगा, क्योंकि कुछ ना कुछ मंग रहा है। इस वास्ते जब तसल्ली ना हुई, बैठ गए। मैं 17-18 साल जमीन के अंदर बैठ के अभ्यास किया, पकार की कि अगर कोई इस वेले किसी थां वो किसी बाडी के अंदर किसी पोल दे विच वो कम ताकत करती है कि मेरे वास्ते उम्मीद है कोई मिलण दी। वो दयालु कृपाल नूं दिल्ली के अंदर दया उठी। हालांकि मैं उहदे किसी सेवक नूं कदे नहीं मिलिया सी, मैं उहनूं जानदा नहीं सी। वो खुद ही गया, उन्हें आपदा बंदा भेजिया, प्रेमी भेजिया कि महाराज जी तुहानूं मिलना चाहुंदे है। मैं खूह दा डड्डू नहीं सीगा कि मैं इस संत नूं मिलना उसनूं नहीं मिलना। मैं हमेशा ही संतां नूं मिल के खुश हुंदा सीगा, दिल दे विच इज्जत हुंदी सीगी। मैं कहा बई महाराज आउण, संत आउण, मैं मिल के बड़ा खुश होऊंगा। महाराज जी गए, मैं उन्हां ते कोई सवाल नहीं किया, बल्कि प्यार दे नाल कहा कि मैनूं पता नहीं, मेरा दिल दिमाग खाली है, तुहानूं की कहां। वो कहण लगे मेरे पास बहुत आउंदे है, राजे आउंदे है, बड़े बड़े राष्ट्रपतियां तक भी आउंदे है, लेकिन मैं खाली दिमाग दिल देख के तेरे पास आया है। एक सच्चाई है कि उन्हां दी याद दे अंदर बहुत बड़ा सारा एक आश्रम बनाया सी। महाराज सावण सिंह कहते हुंदे कि गुरु छड़दा भी कख नहीं, लैंदा भी कख नहीं गा।
सब कुछ दे के खुश होए, मकान देखिया, जायदाद देखी, आखिर कहन लगे बई मैं तेन प्यार नाल सलाह दिना है, इस नूं तू छड्ड जा, 16 PS दे विच चलिया जा। हुण तुसीं देख लो कि इट इट करके तुहाडा जिंदगी दा बहुत सारा समान इकट्ठा कीता होवे, जिस नूं तुसीं कदे ना मिले हो, वो तुहानूं आके कहे छड्ड दे। बड़ा मुश्किल है, गल कर लेनी बड़ी आसान हुंदी है। मन दे विच गिरगिराहट आई, दिल दे विच ख्याल आया कि बड़े सालां दा इहदी याद विच बैठा है, हुण इह तां इहदी मर्जी है, तैनूं दुख देवे सुख देवे, तेरा पड़दा कज्जे ना कज्जे, ये तो हुण इहदी मर्जी है। उत्थे चुप करके चले गए, कहने लगे जितने भी ये डंगर है लोकां दीयां लड़कियां दे विच तकसीम कर दे, इत्थे कोई भी समान नहीं चुकना। इस वास्ते जब साडे उच्चे भाग हुंदे है, अगर साडे दिल अंदर सच्ची तड़फ है, वो घरे आके ही मिल लैंदा है, उहनूं टोलण दी लोड़ नहीं, वो आप ही आ जांदा है, वो तो जगह भालदा फिरदा है परमात्मा। इस वास्ते आप प्यार दे नाल कहंदे है कि जिन्हां दे उत्ते दया है आद करता भगवान दी, उन्हां नूं जरूर आके दर्शन दिंदा है, उन्हां जरूर तड़फ बुझाउंदा है, उन्हां दी आत्मा नूं जरूर शांति दिंदा है जी। जिन पार मेहर दया सतगुर की, उनको दर्श दए, दर्श पाए सतलोक सिधारी, सतनाम पद कीन सहे। हुण आप कहंदे आ उन्हां दे दर्शन दा की फायदा होया, उन्हां दे मिलाप दा की फायदा होया, वो साडा इश्क जिहड़ा है वो सतनाम दा सचखंड दा बनदे है। इस वास्ते आप कहंदे जो उन्होंने जुगती दसी, असी मन माया तो आजाद होके, विषय बकारां तो आजाद होके और अपने घर वापस पहुंच गए जी। दर्श पाए सतलोक सिधारी, सतनाम पद कीन सहे, सही नाम पाया सतगुर से, बिन सतगुर सब जीव बहे। हुण संतां महात्मा दी बाणियां दे अंदर सही नाम सच्चा नाम दा जगह जगह जिक्र आउंदा है। इसका मतलब कोई होर भी नाम है, सही नाम जिहड़ा है वो भी है। संत महात्मा सानू वो नाम दसदे है जिहड़ा सही है। ये सोचण विचार की गल है कि जितने साडे अल्लाह अल्लाह वाहिगुरू वाहिगुरू राम राम लफ्ज हन, ये साडे सारे वर्णात्मक शब्द हन। ये लिखण पढ़न बोलण विच आउंदे हन। जो सही नाम है वो बिना लिखिया शब्द है, बिना बोली भाषा है, बिना लिखिया कानून है, वो सब दे अंदर है। महाराज सावण सिंह नूं किसी आदमी ने पूछया कि जी तुहाडा नाम तो सानू दसो वो की है। वो कहण लगे असीं हर एक दे अंदर रख दिंदे हैं, वो दसन वाली वस्तु नहीं। एक प्रेमी कहण लग्या जी जब तुसीं नाम दे रहे सीगे, सिमरन दस रहे सीगे, तो फलाना आदमी आके सुन गया तुहाडा सिमरन। वो कहण लगे अगर कुत्ता कपाह दे खेत विच लंघ जावे वो सूट नहीं बना सकदा गा, अगर झाड़ेगा तो खेत विच ही झाड़ेगा। वो कहंदे हुंदे सी नाम तवज्जो है संतां दी, जिस नूं सिमरन दिंदे है तुम ते बिठाउंदे आ, उन्हां दी चार्जिंग उस दे पिछे काम करदी है। इस वास्ते आप प्यार दे नाल समझाउंदे है कि अल्लाह अल्लाह राम राम वाहिगुरू वाहिगुरू जितने भी ये शब्द हन ये वर्णात्मक हन, ये लिखण पढ़न बोलण विच आउंदे हन। इन्हां दी आपां हिस्टरी अगर खोजीए तो सानू पता लगता है कोई 2000 साल पुराना है, कोई 500 साल पुराना है और कोई 1400 साल पुराना है। सानू पता ही है कि मुहम्मद साहब नूं 1400 साल हो गए आया नूं। असी उस परमात्मा नूं उन्हां तों बाद अल्लाह अल्लाह कहण लग पे। इसे तरह 3 युग रामचंद्र जी महाराज नूं हो गए, असी उस परमात्मा नूं राम राम कहण लग पे। गुरु नानक देव जी महाराज नूं 500 साल हो गए है और असी उस परमात्मा नूं वाहिगुरू वाहिगुरू कहने हैं। और इसे तरह स्वामी जी महाराज जिन्हां दी आपां बाणी पढ़दे हैं, इन्हां नूं 100 साल तो कुछ साल ऊपर होए है। असी उस परमात्मा नूं राधा स्वामी दे नाल याद करते हैं।
ਇਹ ਤਾਂ ਸਾਡੇ ਲਿਖਣ ਪੜ੍ਹਨ ਬੋਲਣ ਵਿੱਚ ਆਉਂਦੇ ਹੈ। ਮਹਾਤਮਾ ਸਾਨੂੰ ਦੱਸਦੇ ਆ ਉਹ ਨਾਮ ਜਿਹੜਾ ਹੈ, ਉਹ ਜਿਹੜਾ ਕਲਮਾ ਹੈ, ਉਹ ਲਿਖਣ ਪੜ੍ਹਨ ਬੋਲਣ ਵਿੱਚ ਨਹੀਂ ਆਉਂਦਾਗਾ। ਹਜ਼ਰਤ ਬਾਹੂ ਵੀ ਕਹਿੰਦਾ ਹੈ, ਜਵਾਨੀ ਕਲਮਾ ਹਰ ਕੋਈ ਆਖੇ, ਦਿਲ ਦਾ ਆਖ ਪੜ੍ਹਦਾ ਕੋਈ ਹੂ, ਜਿੱਥੇ ਕਲਮਾ ਦਿਲ ਦਾ ਪੜ੍ਹਦੇ ਉੱਥੇ ਜੇਬਾ ਮਿਲੇ ਨਾ ਢੋਈ ਹੂ। ਹੋਠ ਨਾ ਫਰਕਣ ਜਵਾਨ ਨਾ ਹਿੱਲੇ, ਖਾਸ਼ ਨਵਾਜੀ ਸੋਈ ਹੂ, ਕਲਮਾ ਮੁਰਸ਼ਿਦ ਪੜ੍ਹਾਇਆ ਮੈਨੂੰ ਮੈਂ ਸਦਾ ਸੁਹਾਗਣ ਹੋਈ ਹੂ। ਉਹ ਕਹਿਣ ਲੱਗੇ ਉਹ ਕਲਮਾ ਗੁਰੂ ਤੋਂ ਮਿਲਦਾ ਹੈ, ਹੋਠ ਫਰਕਦੇ ਨਹੀਂ, ਜਵਾਨ ਹਿਲਦੀ ਨਹੀਂ, ਅੱਖਾਂ ਜਿਹੜੀਆਂ ਹੈ ਜਿੱਥੇ ਹੈ ਉੱਥੇ ਹੀ ਟਿਕ ਟਿਕੀ ਲੱਗੀ ਰਹਿ ਜਾਂਦੀ ਹੈ। ਇਸ ਵਾਸਤੇ ਆਪ ਇਹ ਸੋਚਦੇ ਹੈ ਕਿ ਪਤਾ ਨਹੀਂ ਹੁਣ ਜਿਸਮ ਹੈ ਜਾਂ ਨਹੀਂ ਹੈ। ਉਹ ਪ੍ਰੇਮੀ ਦੇ ਅੰਦਰ ਪਰਮਾਤਮਾ ਜਿਹੜਾ ਹੈ ਉਹ ਜਾਗ ਪੈਂਦਾ ਹੈ, ਉਹ ਆਪਣੇ ਆਪ ਨੂੰ ਖਤਮ ਕਰ ਪੈਂਦਾ ਹੈ, ਉਹਦੇ ਅੰਦਰ ਫਿਰ ਪਰਮਾਤਮਾ ਹੀ ਬੋਲਦਾ ਹੈ, ਕਿਉਂਕਿ ਆਪਣਾ ਆਪ ਤਾਂ ਉਸਨੇ ਖਤਮ ਕਰ ਦਿੱਤਾ, ਛੱਡ ਦਿੱਤਾ ਹੈ। ਆਪ ਛੋੜ ਗੁਰੂ ਮਾਹੇ ਸਮਾਵੇ, ਆਪਣੇ ਆਪ ਨੂੰ ਛੱਡ ਕੇ ਗੁਰੂ ਵਿੱਚ ਜਾ ਸਮਾਉਂਦਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ, ਗੁਰੂ ਨੂੰ ਮਿਲਣ ਦਾ ਕੀ ਫਾਇਦਾ ਹੋਇਆ? ਉਸਨੇ ਸਾਨੂੰ ਉਹ ਨਾਮ ਦਿੱਤਾ ਜੋ ਸੱਚਖੰਡ ਤੋਂ ਉੱਠਦਾ ਹੈ ਔਰ ਸਾਡੇ ਮੱਥੇ ਦੇ ਪਿੱਛੇ ਧੁਨਕਾਰਾਂ ਦਿੰਦਾ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਰੱਬੀ ਬਾਣੀ, ਧੁਰ ਕੇ ਬਾਣੀ, ਸੱਚੀ ਬਾਣੀ ਕਰਕੇ ਬਿਆਨ ਕਰਦੇ ਹੈ। ਔਰ ਇਸੇ ਤਰ੍ਹਾਂ ਮੁਸਲਮਾਨ ਫਕੀਰ ਉਸ ਨੂੰ ਕਲਮਾ ਬਾਂਗੇ ਅਸਮਾਨੀ, ਕਿ ਅਸਮਾਨ ਚੋਂ ਆਵਾਜ਼ ਆ ਰਹੀ ਹੈ। ਹਿੰਦੂ ਮਹਾਤਮਾ ਉਸ ਨੂੰ ਆਕਾਸ਼ ਬਾਣੀ, ਰਾਮ ਨਾਮ, ਰਾਮ ਧੁਨ ਕਰਕੇ ਬਿਆਨ ਕਰਦੇ ਹੈ। ਸੋ ਮਹਾਤਮਾ ਦਾ ਲਫ਼ਜ਼ਾਂ ਦੇ ਨਾਲ ਕੋਈ ਵੀ ਵਹਿਸ ਵਾਸਾ ਨਹੀਂ ਮਹਾਤਮਾ ਕਰਦੇਗੇ। ਉਹ ਤਾਂ ਸਾਨੂੰ ਅਸਲੀਅਤ ਸਮਝਾਉਂਦੇ ਆ ਕਿ ਮੁਕਤੀ ਜੋ ਹੈ ਉਹ ਸ਼ਬਦ ਨਾਮ ਦੇ ਵਿੱਚ ਹੈ, ਔਰ ਉਹ ਸ਼ਬਦ ਲਿਖਣ ਪੜ੍ਹਨ ਬੋਲਣ ਵਾਲਾ ਨਹੀਂਗਾ। ਉਹ ਤਾਂ ਪਰਮਾਤਮਾ ਦੀ ਆਵਾਜ਼ ਹੈ ਜੋ ਸਾਡੇ ਸਭ ਦੇ ਅੰਦਰ ਹੀ ਪਰਮਾਤਮਾ ਨੇ ਰੱਖੀ ਹੋਈ ਹੈ। ਉਹ ਪਰਮਾਤਮਾ ਜੋਤ ਰੂਪ ਨਾਦ ਰੂਪ ਹੋ ਕੇ ਹਰ ਇੱਕ ਦੇ ਅੰਦਰ ਵਿਰਾਜਮਾਨ ਹੈ, ਜਿਸ ਦਾ ਗੁਰੂ ਨਾਨਕ ਸਾਹਿਬ ਜ਼ਿਕਰ ਕਰਦੇ ਹੈ, ਅੰਤਰ ਜੋਤ ਨਿਰੰਤਰ ਬਾਣੀ। ਤੁਹਾਡੇ ਸਭ ਦੇ ਅੰਦਰ ਇੱਥੇ ਜੋਤ ਜਗ ਰਹੀ ਹੈ, ਔਰ ਉਹ ਜੋਤ ਦੇ ਅੰਦਰ ਆਵਾਜ਼ ਪੈਦਾ ਹੋ ਰਹੀ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਬਾਣੀ ਕਰਕੇ ਬਿਆਨ ਕਰਦੇ ਹੈ। ਉਸੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਹੜੀ ਇਸ ਬਾਣੀ ਦੇ ਉੱਪਰ ਬਾਣੀ ਹੈ। ਕਿਉਂਕਿ ਇਹ ਬਾਣੀ ਜਿਹੜੀ ਹੈ ਜਿਸ ਨੂੰ ਆਪਾਂ ਪੜ੍ਹਨ ਲੱਗੇ ਪਏ ਹਾਂ, ਇਹ ਬਾਣੀ ਉਸ ਬਾਣੀ ਦੀ ਦੱਸ ਪਾਉਂਦੀ ਹੈ। ਉਸ ਬਾਣੀ ਨੂੰ ਪੜ੍ਹਨ ਦਾ, ਪਕੜਨ ਦਾ ਆਪਣੇ ਅੰਦਰ ਸ਼ੌਕ ਪੈਦਾ ਕਰਦੀ ਹੈ। ਉਹ ਬਾਣੀ ਸਾਡੀ ਮੰਜ਼ਿਲ ਹੈ, ਇਹ ਸਾਡੀ ਸੜਕ ਹੈ ਕਿ ਇਸ ਬਾਣੀ ਨੂੰ ਅਸੀਂ ਸੋਚ ਸਮਝ ਕੇ ਪੜ੍ਹ ਕੇ ਹੀ ਉਸ ਬਾਣੀ ਨੂੰ ਅਸੀਂ ਜਾ ਕੇ ਫੜ ਸਕਦੇ ਹਾਂ। ਉਹ ਬਾਣੀ ਲਿਖਣ ਪੜ੍ਹਨ ਬੋਲਣ ਵਿੱਚ ਨਹੀਂ ਆਉਂਦੀ ਗੀ। ਗੁਰੂ ਨਾਨਕ ਸਾਹਿਬ ਨੇ ਜਗ੍ਹਾ ਜਗ੍ਹਾ ਲਿਖਿਆ ਹੈ, ਘਟ ਅੰਤਰੇ ਸੱਚੀ ਬਾਣੀ। ਉਹ ਤੁਹਾਡੇ ਸਾਰਿਆਂ ਦੇ ਘਟ ਦੇ ਅੰਦਰ ਸਮਾਈ ਹੋਈ ਹੈ। ਇਸ ਵਾਸਤੇ ਆਪ ਕਹਿੰਦੇ, ਪੂਰੇ ਗੁਰ ਕੀ ਬਾਣੀ ਸਭ ਮਹਿ ਸਮਾਣੀ, ਆਪ ਸੁਣੀ ਤਾਂ ਆਪ ਵਖਾਣੀ। ਉਹ ਬਾਣੀ ਦਾ ਜਿਹੜੇ ਮਹਾਤਮਾ ਜ਼ਿਕਰ ਕਰਦੇ ਆ, ਉਹ ਖੁਦ ਉਸ ਬਾਣੀ ਨੂੰ ਦਿਨ ਰਾਤ ਸੁਣ ਲੱਗੇ ਪਏ ਹੈ, ਔਰ ਸਾਨੂੰ ਵੀ ਉਸ ਬਾਣੀ ਨੂੰ ਸੁਣਨ ਵਾਸਤੇ ਉਪਦੇਸ਼ ਕਰਦੇ ਹੈ। ਉਸ ਨੂੰ ਕਿਸੇ ਮਹਾਤਮਾ ਨੇ ਸ਼ਬਦ ਕਹਿਤਾ, ਕਿਸੇ ਨੇ ਨਾਮ ਕਹਿਤਾ, ਕਿਸੇ ਨੇ ਰੱਬੀ ਬਾਣੀ ਜਾਂ ਕਲਮਾ ਕਹਿ ਦਿੱਤਾ। ਇਸ ਵਾਸਤੇ ਸਵਾਲ ਤਾਂ ਉਹ ਚੀਜ਼ ਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਕੋਈ ਲੱਠ ਕਹਿ ਦਿੰਦਾ ਹੈ, ਕੋਈ ਡੰਡਾ ਕਹਿ ਦਿੰਦਾ ਹੈ, ਚੀਜ਼ ਕੋਈ ਹੈ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਆ, ਗੁਰੂ ਦੇ ਮਿਲਣ ਦਾ ਇਹ ਫਾਇਦਾ ਹੋਇਆ, ਸਾਨੂੰ ਉਹ ਨਾਮ ਮਿਲ ਗਿਆ ਜਿਹਦੇ ਨਾਲ ਅਸੀਂ ਮਾਲਕ ਦੇ ਦਰਬਾਰ ਪਹੁੰਚ ਜਾਂਦੇ ਹਾਂ ਜੀ। ਸਹੀ ਨਾਮ ਪਾਇਆ ਸਤਿਗੁਰ ਸੇ, ਬਿਨ ਸਤਿਗੁਰ ਸਭ ਜੀਵ ਬਹੇ। ਜੀਵ ਪੜੇ 84 ਭਰਮੇ, ਖਾਨ ਪਾਨ ਮਦ ਮਾਨ ਲਏ। ਹੁਣ ਸਵਾਮੀ ਜੀ ਮਹਾਰਾਜ ਪਹਿਲਾਂ ਸਾਨੂੰ ਗੁਰੂ ਦੇ ਮੁਤਲਕ, ਗੁਰੂ ਮਤ ਦੇ ਮੁਤਲਕ ਸਮਝਾਇਆ ਹੈ। ਹੁਣ ਜੋ ਕੰਮ ਅਸੀਂ ਜੀਵ ਕਰਦੇ ਹਾਂ ਔਰ 84 ਦੇ ਵਿੱਚ ਚਲੇ ਜਾਂਦੇ ਹਾਂ, ਉਹਨਾਂ ਕਰਮਾਂ ਦਾ ਜ਼ਿਕਰ ਕਰਦੇ ਹੈ ਕਿ ਅਸੀਂ 84 ਦੇ ਵਿੱਚ ਕਿਉਂ ਜਾਂਦੇ ਹਾਂ। ਜਾਂ ਤਾਂ ਅਸੀਂ ਅੱਛੇ ਅੱਛੇ ਖਾਣਿਆਂ ਤੇ ਜਾਂਦੇ ਹਾਂ, ਇੱਥੋਂ ਤੱਕ ਕਿ ਸ਼ਾਕਾਹਾਰੀ ਖਾਣਾ ਖਾਣੋਂ ਹੀ ਹਟ ਜਾਂਦੇ ਹਾਂ। ਕਿਸ ਤਰ੍ਹਾਂ ਦੂਸਰੇ ਦਾ ਗਲਾ ਕੱਟ ਕੇ ਆਪਣੀ ਪੂਰਤੀ ਕਰਦੇ ਹਾਂ। ਸਾਨੂੰ ਪਤਾ ਹੈ ਜਿਸ ਦਾ ਅਸੀਂ ਗਲਾ ਕੱਟਾਂਗੇ ਉਹ ਸਾਡਾ ਜ਼ਰੂਰ ਕੱਟੇਗਾ। ਕਬੀਰ ਸਾਹਿਬ ਕਹਿੰਦੇ ਹੈ, ਕੋਈ ਮੂਰਖ ਹੀ ਹੈ ਜਿਹੜਾ ਜੀਵ ਦੇ ਮਗਰ ਲੱਗ ਕੇ ਆਪਣਾ ਗਲਾ ਫੇਰ ਕਟਾਏਗਾ। ਮਹਾਤਮਾ ਸਾਨੂੰ ਦੱਸਦੇ ਆ, ਅਗਰ ਮਾਸ ਖਾਣਾ ਹੈ, ਛੁਰੀ ਪਾਸ ਰੱਖੋ, ਆਪਣਾ ਜਿਸਮ ਕੱਟ ਕੇ ਦੇਖੋ, ਅਗਰ ਤੁਹਾਡੇ ਦਰਦ ਹੁੰਦਾ ਹੈ ਤਾਂ ਉਸ ਦੇ ਵੀ ਜ਼ਰੂਰ ਦਰਦ ਹੁੰਦਾ ਹੋਏਗਾ।
ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਬੱਕਰੀ ਜਿਹੜੀ ਹੈ ਉਹ ਅੱਕ ਟੱਕ ਪੱਤ ਪਰਾਲ ਖਾਂਦੀ ਹੈ, ਅਸੀਂ ਉਸ ਦੀ ਪੁੱਠੀ ਕਰਕੇ ਖਲ ਲਾ ਦਿੰਦੇ ਹੈ। ਜਦ ਅੱਕ ਟੱਕ ਪੱਤ ਪਰਾਲ ਖਾਣ ਵਾਲੀ ਦੀ ਕਾਲ ਦੀ ਨਗਰੀ ਵਿੱਚ ਪੁੱਠੀ ਕਰਕੇ ਖਲ ਲਾਈ ਜਾਂਦੀ ਹੈ, ਤਾਂ ਬੱਕਰੀ ਕਹਿੰਦੀ ਹੈ ਜਿਹੜੇ ਮੈਨੂੰ ਖਾਣਗੇ ਉਹਨਾਂ ਦਾ ਕੀ ਹਾਲ ਹੋਏਗਾ। ਹੱਸ ਹੱਸ ਬੋਲੇ ਕੋਹੀ ਦੀ ਖਾਂਦੇ ਅੱਕ ਹਾਲੇ ਹੋਇਆ। ਉਹ ਹੱਸ ਹੱਸ ਕੇ ਬੋਲਦੀ ਹੈ, ਵੇਖ ਅਸੀਂ ਅੱਕ ਖਾਧਾ ਸਾਡੀ ਇਹ ਹਾਲਤ ਹੋਈ ਹੈ, ਜਿਹੜੇ ਸਾਨੂੰ ਖਾਣਗੇ ਉਹਨਾਂ ਦੀ ਕੀ ਹਾਲਤ ਹੋਏਗੀ। ਤੋ ਸਵਾਮੀ ਜੀ ਮਹਾਰਾਜ ਕਹਿੰਦੇ ਆ ਐਸੇ ਕਰਮ ਜਿਹੜੇ ਜੀਵ ਕਰਦੇ ਹੈ, ਖਾਨ ਪਾਨ ਮਦ ਮਾਨ ਲਈ, ਸ਼ਰਾਬ ਪਿੱਛੇ ਕਿ ਖਾਣਾ ਹਜਮ ਨਹੀਂ ਹੁੰਦਾਗਾ, ਸ਼ਰਾਬ ਪੀਏ ਫੇਰ ਠੀਕ ਹੋਏਗਾ, ਦੁਨੀਆ ਦੀ ਗਮੀ ਭੁੱਲੀ ਜਾਂਦੀ ਹੈ। ਗੁਰੂ ਨਾਨਕ ਦੇ ਪਾਸ ਬਾਬਰ ਬਾਦਸ਼ਾਹ ਆਇਆ, ਬਾਬਰ ਨੂੰ ਆਦਤ ਸੀ ਸ਼ਰਾਬ ਪੀਂਦਾ ਸੀ, ਭੰਗ ਪੀਂਦਾ ਸੀਗਾ, ਔਰ ਜਦ ਉਹਨਾਂ ਦੇ ਉਹ ਪੇਸ਼ ਭੰਗ ਕਰਨ ਲੱਗਿਆ ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਦੇਖ ਵੀ ਬਾਬਰ, ਪੋਸ ਫੀਮ ਅਭੰਗ ਉਤਰ ਜਾਏ ਪ੍ਰਪਾਤ, ਇਹ ਸਾਰੇ ਨਸ਼ੇ ਆਰਜੀ ਹਨ, 2-4 ਘੰਟਿਆਂ ਨੂੰ ਇਹਨਾਂ ਦਾ ਨਸ਼ਾ ਟੁੱਟ ਜਾਂਦਾ ਹੈ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਸਾਨੂੰ ਉਸ ਅਕਾਲ ਪੁਰਖ ਗੁਰੂ ਨੇ ਨਾਮ ਦੀ ਖੁਮਾਰੀ ਬਖਸ਼ੀ ਹੈ, ਨਾ ਉਹ ਦਿਨੇ ਉਤਰਦੀ ਹੈ ਨਾ ਰਾਤ ਨੂੰ ਉਤਰਦੀ ਹੈ। ਔਰ ਕਿਉਂ ਨਾ ਚੰਗਾ ਹੋਵੇ, ਤੈਨੂੰ ਵੀ ਅਸੀਂ ਇਹੀ ਕਹਿੰਦੇ ਹਾਂ, ਤੂੰ ਵੀ ਨਾਮ ਦੀ ਮਸਤੀ ਨੂੰ ਹਾਸਲ ਕਰ, ਤੇਰਾ ਵੀ ਉਸ ਵਿੱਚ ਫਾਇਦਾ ਹੈ। ਇਸ ਵਾਸਤੇ ਆਪ ਕਹਿੰਦੇ ਆ, ਅਸੀਂ ਆਮ ਤੌਰ ਦੇ ਉੱਤੇ ਲੋਕ ਮਾਨ ਵਡਿਆਈ ਦੇ ਨੰਬਰਦਾਰੀ ਦੇ ਭੁੱਖੇ ਹੁੰਦੇ ਹੈ। ਜਿੱਥੇ ਸਾਡੀ ਵਾਹ ਵਾਹ ਹੁੰਦੀ ਹੈ, ਲੋਕ ਸਾਡਾ ਜਲੂਸ ਕੱਢਦੇ ਹੈ, ਫੁੱਲਾਂ ਦੇ ਹਾਰ ਗਲਾਂ ਵਿੱਚ ਪਾਉਂਦੇ ਹੈ, ਅਸੀਂ ਉੱਥੇ ਵਲ ਫੇਰ ਕਰਕੇ ਵੀ ਚਲੇ ਜਾਂਦੇ ਹਾਂ, ਮੂਹਰੇ ਗਲ ਕਰ ਦਿੰਦੇ ਹਾਂ ਕਿ ਸਾਡੇ ਹਾਰ ਗਲ ਵਿੱਚ ਪਾਓ। ਔਰ ਮਹਾਤਮਾ ਦੇ ਦਰਬਾਰ ਵਿੱਚ ਅਸੀਂ ਕਿਉਂ ਨਹੀਂ ਜਾਂਦੇਗੇ। ਬੜੀ ਸੋਚਣ ਵਾਲੀ ਗੱਲ ਹੁੰਦੀ ਹੈ, ਕਿਉਂਕਿ ਸੰਤਾਂ ਮਹਾਤਮਾ ਦੀ ਤਾਂ ਨਜ਼ਰ ਜਿਹੜੀ ਹੈ ਉਹ ਆਤਮਾ ਦੇ ਉੱਪਰ ਹੁੰਦੀ ਹੈ। ਉਹਨਾਂ ਦੀ ਨਜ਼ਰ ਇੱਕ ਦੇ ਵਿੱਚ ਅਮੀਰ ਵੀ ਉਹੋ ਜਿਹਾ, ਗਰੀਬ ਵੀ ਉਹੋ ਜਿਹਾ ਹੈ, ਉਹਨਾਂ ਨੂੰ ਪੜ੍ਹਿਆ ਲਿਖਿਆ ਵੀ ਉਹੋ ਜਿਹਾ, ਅਨਪੜ੍ਹ ਵੀ ਉਹੋ ਜਿਹਾ। ਉਹਨਾਂ ਦੀ ਜਿੰਨੀ ਇੱਕ ਮਰਦ ਦੀ ਇੱਜ਼ਤ ਆ, ਉਨੀ ਇੱਕ ਔਰਤ ਦੀ ਉਹਨਾਂ ਦੇ ਦਿਲ ਵਿੱਚ ਇੱਜ਼ਤ ਹੈ, ਕਿਉਂਕਿ ਉਹਨਾਂ ਦੀ ਨਜ਼ਰ ਆਤਮਾ ਦੇ ਉੱਪਰ ਹੁੰਦੀ ਹੈ। ਇਸ ਵਾਸਤੇ ਜਦੋਂ ਸਾਡਾ ਉਹ ਆਦਰ ਮਾਨ ਨਹੀਂ ਕਰਦੇਗੇ, ਅਸੀਂ ਉੱਥੇ ਜਾਣਾ ਛੱਡ ਦਿੰਦੇ ਹਾਂ। ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਅਸੀਂ 84 ਦੇ ਵਿੱਚ ਕਿਉਂ ਜਾਂਦੇ ਹਾਂ, ਸਿਰਫ ਖਾਣ ਪਾਨ ਮਦ ਮਾਨ ਲਈ ਜੀ। ਜੀਵ ਪੜੇ 84 ਭਰਮੇ, ਖਾਨ ਪਾਨ ਮਦ ਮਾਨ ਲਏ, ਮਾਨ ਮਨੀ ਕਾ ਰੋਗ ਪਸਰਿਆ, ਬੜੇ ਬਨੇ ਜਿਨ ਮਾਰ ਸਹੇ। ਹੁਣ ਆਪ ਪਿਆਰ ਦੇ ਨਾਲ ਸਮਝਾਉਂਦੇ ਆ ਕਿ ਇਸ ਮੰਡਲ ਦੇ ਉੱਤੇ ਜੀਵਾਂ ਨੂੰ ਇੱਕ ਕਿਸਮ ਦਾ ਰੋਗ ਲੱਗਿਆ ਹੋਇਆ ਹੈ ਮਾਨ ਨੂੰ ਪ੍ਰਾਪਤ ਕਰਨ ਦਾ। ਉਹ ਕਹਿੰਦੇ ਤੁਸੀਂ ਅੱਖਾਂ ਦੇ ਨਾਲ ਦੇਖ ਲਓ, ਅਸੀਂ ਰੋਜ਼ ਹੀ ਰੇਡੀਓ ਸੁਣਦੇ ਹਾਂ ਕਿਸ ਤਰ੍ਹਾਂ ਦੀਆਂ ਘਟਨਾ ਵਾਪਰਦੀਆਂ ਹੈ। ਅੱਜ ਲੋਕ ਸਾਡਾ ਜਲੂਸ ਕੱਢਦੇ ਹੈ, ਫੁੱਲਾਂ ਦੇ ਹਾਰ ਪਾਉਂਦੇ ਹੈ, ਸਾਡੀਆਂ ਪਿਕਚਰਾਂ ਜਿਹੜੀਆਂ ਹੈ ਉਹ ਅਖਬਾਰਾਂ ਦੇ ਵਿੱਚ ਛਾਪਦੇ ਹੈ। ਮਨ ਸਾਡਾ ਫੁੱਲਿਆ ਨਹੀਂ ਸਮਾਉਂਦਾ ਕਿ ਸਾਡੇ ਅੰਦਰ ਕੋਈ ਗੁਣ ਹੈ ਜਿਹੜਾ ਸਾਡਾ ਇਤਨਾ ਆਦਰ ਔਰ ਮਾਨ ਹੁੰਦਾ ਹੈ। ਜਦ ਦੂਸਰੇ ਕਿਸੇ ਪਾਰਟੀ ਦਾ ਜ਼ੋਰ ਪੈ ਜਾਂਦਾ ਹੈ, ਉਹੀ ਲੋਕ ਅਖਬਾਰਾਂ ਦੇ ਅੰਦਰ ਬੇਇੱਜ਼ਤੀ ਕਰਨਾ ਸ਼ੁਰੂ ਕਰ ਦਿੰਦੇ ਹੈ। ਉਹੀ ਜਿੱਥੇ ਫੁੱਲਾਂ ਦੇ ਹਾਰ ਪੈਂਦੇ ਹੈ, ਛਿੱਤਰਾਂ ਦਾ ਹਾਰ ਪਾਉਣਾ ਸ਼ੁਰੂ ਕਰ ਦਿੰਦੇ ਹੈ, ਔਰ ਜਗ੍ਹਾ ਜਗ੍ਹਾ ਜਾ ਕੇ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹੈ। ਇਸ ਵਾਸਤੇ ਦੁਨੀਆ ਜਿਹੜੀ ਹੈ ਨਾ ਤਾਂ ਮਾਨ ਦੇਣ ਲੱਗੀ ਇਹ ਕੋਈ ਚਿਰ ਲਾਉਂਦੀ ਹੈ, ਨਾ ਮਾਨ ਵਡਿਆਈ ਨੂੰ ਖੋਹਣ ਲੱਗੀ ਕੋਈ ਚਿਰ ਲਾਉਂਦੀ ਹੈ। ਸੋ ਸੰਤ ਮਹਾਤਮਾ ਪਿਆਰੇ ਉਸ ਪਰਮਾਤਮਾ ਦੇ ਆ ਕੇ ਉਹਨਾਂ ਨੂੰ ਇਹ ਰੋਗ ਨਹੀਂ ਲੱਗਿਆ ਹੁੰਦਾਗਾ। ਸਾਡੇ ਸਤਿਗੁਰੂ ਮਹਾਰਾਜ ਜੀ ਕਿਰਪਾਲ ਜਿਸ ਵੇਲੇ ਗੰਗਾ ਨਗਰ ਗਏ, ਉਸ ਟਾਈਮ ਦੇ ਉੱਤੇ ਕਿਉਂਕਿ ਮੇਰਾ ਉੱਥੇ ਅੱਛਾ ਲੋਕਾਂ ਦੇ ਨਾਲ ਮੇਲ ਜੋਲ ਸੀਗਾ, ਸਭ ਨੂੰ ਪਤਾ ਲੱਗਿਆ ਅਫਸਰਾਂ ਨੂੰ ਕਿ ਸੰਤ ਜੀ ਦਾ ਗੁਰੂ ਆਇਆ ਹੈ, ਆਪਾਂ ਵੀ ਚੱਲੀਏ ਆਦਰ ਮਾਨ ਕਰੀਏ। ਉਹ ਕੁਝ ਲੋਕ ਹਾਰ ਲੈ ਕੇ ਆਏ। ਮਹਾਰਾਜ ਜੀ ਉੱਠੇ ਆਪਣੀ ਕੁਰਸੀ ਦੇ ਉੱਤੋਂ, ਉਹਨਾਂ ਨੇ ਉਹਨਾਂ ਦਾ ਫੁੱਲ ਤੋੜ ਕੇ ਉਹਨਾਂ ਦੇ ਉੱਤੇ ਫੁੱਲ ਸਿੱਟ ਦਿੱਤੇ, ਉਹਨਾਂ ਤੋਂ ਹਾਰ ਫੜ ਕੇ ਉਹਨਾਂ ਦੇ ਗਲ ਵਿੱਚ ਪਾ ਦਿੱਤੇ। ਕਹਿਣ ਲੱਗੇ ਦੇਖੋ ਬਈ ਤੁਸੀਂ ਮੇਰਾ ਆਦਰ ਕਰਨ ਆਏ ਹੋ ਨਾ, ਮਾਨ ਕਰਨ ਆਏ ਹੋ, ਤੇ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਤੁਹਾਡਾ ਆਦਰ ਮਾਨ ਕਰਾਂ। ਕਿਉਂਕਿ ਸੰਤ ਮਹਾਤਮਾ ਇੱਥੋਂ ਦੇ ਮਾਨ ਵਡਿਆਈ ਨੂੰ ਉਹ ਕੌਡੀ ਤੇ ਖਰੀਦਣ ਵਾਸਤੇ ਵੀ ਤਿਆਰ ਨਹੀਂ ਹੁੰਦੇਗੇ। ਉਹਨਾਂ ਨੂੰ ਪਤਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਲੋਗਨ ਕੀ ਵਡਿਆਈਆਂ ਬਸ ਸੰਤਰ ਜਾਲੋ।
ਉਹ ਕਹਿੰਦੇ ਕਿ ਇਸ ਦੀਆਂ ਵਡਿਆਈਆਂ ਜਿਹੜੀਆਂ ਦੁਨੀਆਦਾਰਾਂ ਦੀਆਂ ਹੈ ਇਹਨਾਂ ਨੂੰ ਅੱਗ ਦੇ ਵਿੱਚ ਫੈਂਕ ਦਿਓ, ਇਹਨਾਂ ਨੇ ਤੁਹਾਡੇ ਨਾਲ ਨਹੀਂ ਜਾਣਾ। ਬਲਕਿ ਜਦੋਂ ਸਾਡੀਆਂ ਲੋਕ ਵਾਹ 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 ਕਰਦੇ ਆ, ਮਨ ਅੰਦਰ ਹੰਕਾਰ ਆ ਜਾਂਦਾ ਹੈ, ਹੰਕਾਰਿਆ ਸੋ ਮਾਰਿਆ। ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਬੜੇ ਬੜੇ ਤਨ ਮਾਰ ਸਹੀ। ਜੋ ਆਦਮੀ ਅਸੀਂ ਦੇਖੀ ਜਾਂਦੇ ਹਕੂਮਤਾਂ ਦੀ ਕੀ ਹਾਲਤ ਹੁੰਦੀ ਹੈ, ਕਿਸ ਤਰ੍ਹਾਂ ਦੂਸਰੀ ਪਾਰਟੀ ਦਾ ਜ਼ੋਰ ਪੈ ਜਾਂਦਾ ਹੈ, ਉਹਨਾਂ ਵਿਚਾਰਿਆਂ ਨੂੰ ਗੋਲੀਆਂ ਦੇ ਨਿਸ਼ਾਨਾ ਤੱਕ ਵੀ ਬਣਨਾ ਪੈਂਦਾ ਹੈ। ਕਿਉਂ ਬਈ? ਕਿ ਉਹ ਰੋਗ ਲੱਗਿਆ ਸੀਗਾ, ਆਖਰ ਉਹਨਾਂ ਨੇ ਰੋਗ ਨੇ ਉਹਨਾਂ ਦੀ ਜਾਨ ਲੈ ਲਈ। ਸੋ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਇਹ ਸਾਡਾ ਇਸ ਮੰਡਲ ਦਾ ਰੋਗ ਹੈ। ਔਰ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਨਾ ਤਾਂ ਇੱਥੋਂ ਦੀ ਨਿੰਦਿਆ ਨਾਲ ਜਾਣੀ ਹੈ, ਨਾ ਇੱਥੋਂ ਦੀ ਵਡਿਆਈ ਨਾਲ ਜਾਣੀ ਹੈ। ਵਡਿਆਈ ਉਸ ਪਰਮਾਤਮਾ ਦੀ ਹਾਸਲ ਕਰੋ ਜਿਹੜਾ ਤੁਹਾਨੂੰ ਦੇ ਕੇ ਮੁੜ ਕੇ ਖੋਵੇ ਨਾ ਜੀ। ਮਨ ਮਨੀ ਕਾ ਰੋਗ ਪਸਰਿਆ, ਬੜੇ ਬਨੇ ਜਿਨ ਮਾਰ ਸਹੇ। ਛੋਟਾ ਰਹੇ ਚਿਤ ਸੇ ਅੰਤਰ, ਸ਼ਬਦ ਮਾਏ ਤਬ ਸੁਰਤ ਗਏ। ਮਹਾਰਾਜ ਕਿਰਪਾਲ 25 ਸਾਲ ਉਪਦੇਸ਼ ਕਰਦੇ ਰਹੇ ਕਿ ਤੁਸੀਂ ਦੀਨਤਾ ਅਖਤਿਆਰ ਕਰੋ, ਕਿਉਂਕਿ ਪਰਮਾਤਮਾ ਨੂੰ ਦੀਨਤਾ ਪਿਆਰੀ ਹੈ। ਉਹ ਸਭ ਚੀਜ਼ਾਂ ਦਾ ਮਾਲਕ ਹੈ, ਕਿਹਦੇ ਅੱਗੇ ਦੀਨ ਹੋਵੇ। ਇਸ ਵਾਸਤੇ ਜਿਹਨੇ ਉਸ ਦੇ ਦਰਬਾਰ ਜਾਣਾ ਹੈ ਉਹਨੂੰ ਦੀਨਤਾ ਲੈ ਕੇ ਜਾਣਾ ਚਾਹੀਦਾ ਹੈ। ਕਬੀਰ ਸਾਹਿਬ ਕਹਿੰਦੇ ਹੈ ਕਿ ਪਰਮਾਤਮਾ ਦਾ ਜੋ ਰਸਤਾ ਹੈ ਉਹ ਵਾਲ ਤੋਂ 10ਵਾਂ ਹਿੱਸਾ ਹੈ। ਮਨ ਸਾਡਾ ਹਾਥੀ ਬਣਿਆ ਹੋਇਆ ਹੈ, ਉਹ ਵਾਲ ਦੇ ਸਰਾਖ ਵੀ ਦੀ ਕਿਸ ਤਰ੍ਹਾਂ ਲੰਘੇ। ਇਸ ਵਾਸਤੇ ਆ ਪਿਆਰ ਦੇ ਨਾਲ ਸਮਝਾਉਂਦੇ ਹੈ ਛੋਟਾ ਰਹੇ ਚਿੱਤ ਸੇ ਅੰਤਰ, ਕਿ ਸਾਨੂੰ ਦਿਲ ਦੇ ਵਿੱਚ ਆਪਦੇ ਦੀਨਤਾ ਅਖਤਿਆਰ ਕਰਨੀ ਚਾਹੀਦੀ ਹੈ। ਤਾਂ ਹੀ ਸਾਡੀ ਸੁਰਤ ਜਿਹੜੀ ਹੈ, ਆਤਮਾ ਜਿਹੜੀ ਹੈ, ਉਹ ਸ਼ਬਦ ਦੇ ਨਾਲ ਜੁੜੇਗੀ ਔਰ ਪਰਮਾਤਮਾ ਆਪਣੇ ਘਰ ਵਿੱਚ ਬੂਹਾ ਖੋਲੇਗਾ। ਮਹਾਰਾਜ ਸਾਵਣ ਸਿੰਘ ਬੜੀ ਇੱਕ ਸੁੰਦਰ ਮਿਸਾਲ ਦੇ ਕੇ ਸਮਝਾਉਂਦੇ ਹੁੰਦੇ ਸੀਗੇ ਕਿ ਸੁਥਰਾ ਫਕੀਰ ਗੁਰੂ ਹਰਗੋਬਿੰਦ ਦੇ ਵਕਤ ਪੈਦਾ ਹੋਇਆ, ਗੁਰੂ ਗੋਬਿੰਦ ਤੱਕ ਹੋ ਰਿਹਾ, ਕਈ ਗੁਰੂਆਂ ਦੇ ਉਹਨੇ ਦਰਸ਼ਨ ਕੀਤੇ। ਉਹ ਬੜਾ ਹਾਸ ਰਸ ਦਾ ਫਕੀਰ ਸੀਗਾ। ਉਹਨੇ ਕਿਸੇ ਨੂੰ ਪੁੱਛਿਆ ਕਿ ਮਕਾਨ ਮਜ਼ਬੂਤ ਕਿਸ ਤਰ੍ਹਾਂ ਹੁੰਦਾ ਹੈ। ਉਹ ਕਹਿਣ ਲੱਗਿਆ ਕਿ ਮਕਾਨ ਦੇ ਅੰਦਰ ਅਗਰ ਥੰਮ ਲਾ ਦਈਏ ਤਾਂ ਮਕਾਨ ਮਜ਼ਬੂਤ ਹੋ ਜਾਂਦਾ ਹੈ। ਉਹ ਇੱਕ ਸਾਈਡ 'ਚ ਥੰਮ ਲਾਉਣ ਲੱਗਿਆ, ਸਾਰਾ ਮਕਾਨ ਹੀ ਥੰਮਾਂ ਦੇ ਨਾਲ ਭਰ ਦਿੱਤਾ। ਬਾਰਿਸ਼ ਹੋਈ, ਸਰਦੀ ਪੈ ਰਹੀ ਸੀ। ਕਿਸੇ ਆਦਮੀ ਨੇ ਕਿਹਾ ਕਿ ਤੂੰ ਬਾਹਰ ਖੜਾ ਹੈ, ਪਾਲੇ ਮਰ ਰਿਹਾ ਹੈ, ਤੂੰ ਅੰਦਰ ਹੋ ਜਾ। ਉਹ ਕਹਿਣ ਲੱਗਿਆ ਵੀ ਅੰਦਰ ਜਗ੍ਹਾ ਹੁੰਦੀ ਤਾਂ ਮੈਂ ਥੰਮ ਹੋਰ ਨਾ ਲਾ ਦਿੰਦਾ। ਇਹੀ ਹਾਲਤ ਸਾਡੀ ਹੈ। ਜਦੋਂ ਸਾਡਾ ਮੈਂ ਮੇਰੀ ਨਾਲ, ਦੁਨੀਆ ਦੇ ਮਾਨ ਵਡਿਆਈ ਨਾਲ ਅੰਦਰ ਭਰਿਆ ਹੋਇਆ ਹੈ, ਉਹ ਪਰਮਾਤਮਾ ਕਿੱਥੇ ਆ ਕੇ ਬੈਠੇ। ਪਰਮਾਤਮਾ ਨੂੰ ਬਿਠਾਉਣਾ ਹੈ, ਉਹਦੇ ਵਾਸਤੇ ਜਗ੍ਹਾ ਤਾਂ ਬਣਾ ਕੇ ਦੇਖੋ ਤੁਸੀਂ, ਉਹ ਜ਼ਰੂਰ ਆਏਗਾ। ਜਗ੍ਹਾ ਬਣਾਓ। ਇਸ ਵਾਸਤੇ ਆਪ ਕਹਿੰਦੇ ਆ ਸਭ ਦਾ ਆਦਰ ਦਿਲ ਦੇ ਵਿੱਚ ਰੱਖੋ। ਮੁਹੰਮਦ ਸਾਹਿਬ ਦੀ ਹਿਸਟਰੀ ਦੇ ਵਿੱਚ ਆਉਂਦਾ ਹੈ ਕਿ ਉਹਨੂੰ ਸਾਰੀ ਜ਼ਿੰਦਗੀ ਕੋਈ ਆਦਮੀ ਸਲਾਮ ਨਹੀਂ ਪਹਿਲਾਂ ਬੋਲ ਸਕਿਆ ਸੀਗਾ ਔਰ ਉਹ ਸਭ ਨੂੰ ਪਹਿਲਾਂ ਬੋਲ ਦਿੰਦੇ ਸੀਗੇ। ਇਸੇ ਤਰ੍ਹਾਂ ਸੰਤ ਮਹਾਤਮਾ ਹਮੇਸ਼ਾ ਸਾਡੇ ਅੱਗੇ ਨਿਉਂਦੇ ਕਿਉਂ ਹੈ? ਉਹ ਸਾਨੂੰ ਸਮਝਾਉਣ ਵਾਸਤੇ। ਹਾਲਾਂਕਿ ਉਹ ਕੁੱਲ ਮਾਲਕ ਹੁੰਦੇ ਹੈ, ਹਰ ਵਸਤੂ ਦੇ ਮਾਲਕ ਹੈ। ਪਰਮਾਤਮਾ ਉਹਨਾਂ ਦੇ ਪਿਆਰ ਵਿੱਚ ਉਹਨਾਂ ਦੇ ਵਸ ਹੋਇਆ ਹੁੰਦਾ ਹੈ, ਲੇਕਿਨ ਸਾਡੇ ਜੀਵਾਂ ਨੂੰ ਸਿਰਫ ਸਮਝਾਉਣ ਵਾਸਤੇ ਕਿ ਇਹ ਵੀ ਨਿਮਰਤਾ ਅਖਤਿਆਰ ਕਰ ਲੈਣ, ਦੀਨਤਾ ਅਖਤਿਆਰ ਕਰ ਲੈਣ ਜੀ। ਛੋਟਾ ਰਹੇ ਚਿਤ ਸੇ ਅੰਤਰ, ਸ਼ਬਦ ਮਾਏ ਤਵ ਸੁਰਤ ਗਏ। ਸ਼ਬਦ ਬਿਨਾ ਸਾਰਾ ਜਗ ਅੰਧਾ, ਬਿਨ ਸਤ ਗੁਰ ਸਭ ਪਰਮ ਮਏ। ਸਵਾਮੀ ਜੀ ਮਹਾਰਾਜ ਕਹਿੰਦੇ ਅਗਰ ਇੱਕ ਅੰਧਾ ਹੋਵੇ ਤਾਂ ਅਸੀਂ ਉਹਦਾ ਨਾਂ ਲੈ ਦਈਏ, ਇੱਕ ਸਮਾਜ ਹੋਵੇ ਉਹਦਾ ਵੀ ਨਾਂ ਲੈ ਦਈਏ। ਕਹਿੰਦੇ ਸਾਰੀ ਦੁਨੀਆ ਹੀ ਉਹ ਸ਼ਬਦ ਨਾਮ ਤੋਂ ਅੰਧੀ ਹੈ। ਤੁਲਸੀ ਸਾਹਿਬ ਵੀ ਕਹਿੰਦੇ ਹੈ ਘਟ ਮੇ ਸੂਝਤ ਨਾਹੀ ਲਾਣਤ ਐਸੀ ਜਿੰਦ, ਤੁਲਸੀ ਜਾਂ ਸੰਸਾਰ ਕੋ ਪਿਆ ਮੋਤੀਆ ਬਿੰਦ। ਗੁਰੂ ਨਾਨਕ ਸਾਹਿਬ ਕਹਿੰਦੇ ਆ ਅੰਧੇ ਸੇ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਹੀ ਨਾਨਕਾ ਜੋ ਖਸਮੋਂ ਕੁੱਥੇ ਜਾਹੇ ਜੀ। ਸ਼ਬਦ ਬਿਨਾ ਸਾਰਾ ਜਗ ਅੰਧਾ,
ਬਿਨ ਸਤਿਗੁਰ ਸਭ ਪਰਮ ਮਈ ਸ਼ਬਦ ਭੇਦ ਔਰ ਸ਼ਬਦ ਕਮਾਈ ਜਿਨ ਜਿਨ ਕੀਨੀ ਸਾਰ ਲਈ। ਸੰਤ ਇਹ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੇਗੇ ਕਿ ਤੁਸੀਂ ਮਰਿਆਂ ਪਿੱਛੋਂ ਪ੍ਰਮਾਤਮਾ ਨੂੰ ਮਿਲੋਗੇ ਜਾਂ ਮਰਿਆਂ ਪਿੱਛੋਂ ਜਿਸਮ ਦੇ ਅੰਦਰ ਦਾਖਲ ਹੋਵੋਗੇ। ਉਹ ਕਹਿੰਦੇ ਜਿਸਨੇ ਵੀ ਸ਼ਬਦ ਨਾਮ ਲੈ ਕੇ ਕਮਾਈ ਕੀਤੀ ਉਹ ਪਾਸ ਹੋ ਗਿਆ, ਉਹ ਜਿੰਦੇ ਜੀ ਆਪਣੇ ਘਰ ਪਹੁੰਚ ਗਿਆ। ਕਿਉਂਕਿ ਸੰਤ ਮਹਾਤਮਾ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਕਿ ਸਾਡੇ ਜੀਵਨ ਕਾਲ ਵਿੱਚ ਹੀ ਇਹਨਾਂ ਦਾ ਕੰਮ ਬਣ ਜਾਵੇ। ਉਹ ਆਧਾਰ ਨਹੀਂ ਕਰਦੇਗੇ ਔਰ ਨਾ ਸਾਡੇ ਅੰਦਰ ਉਹ ਆਲਸ ਸੁਸਤੀ ਪੈਦਾ ਕਰਦੇ ਹੈ। ਮੈਂ ਕਹਿਣਾ ਹੁੰਦਾ ਕਿ ਸਤਿਗੁਰਾਂ ਨੇ ਨਾਮ ਜਪਣ ਵਾਸਤੇ ਦਿੱਤਾ, ਰੱਖਣ ਵਾਸਤੇ ਨਹੀਂ ਦਿੱਤਾਗਾ। ਇਸ ਵਾਸਤੇ ਬੁੱਲੇ ਨੇ ਕਿਹਾ ਸੀਗਾ ਕਿ ਉਹ ਪ੍ਰਭ ਸਾਡਾ ਸਖੀ ਹੈ, ਅਸੀਂ ਸੇਵਾ ਕਰੀਓ ਸੂਮ। ਉਹ ਦੇਣੇ ਵਾਲਾ ਤਾਂ ਸਖੀ ਹੈ, ਬੂਹਾ ਖੋਲਣੇ ਵਾਲਾ ਸਖੀ ਹੈ, ਲੇਕਿਨ ਅਸੀਂ ਭਜਨ ਕਰਨ ਕਰੀਓ ਸੂਮ ਹੋਏ ਬੈਠੇ हैं। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਸ਼ਬਦ ਭੇਦ ਔਰ ਸ਼ਬਦ ਕਮਾਈ। ਜਿਨ੍ਹਾਂ ਨੇ ਸ਼ਬਦ ਭੇਦ ਲੈ ਕੇ ਤਨ ਮਨ ਧਨ ਦੇ ਨਾਲ ਆਪਣੀ ਕਮਾਈ ਕੀਤੀ, ਜੋ ਗੁਰੂ ਨੇ ਕਿਹਾ ਉਸ ਦੇ ਉੱਤੇ ਚੱਲੇ, ਉਹਨਾਂ ਨੇ ਕਾਮਯਾਬੀ ਇਖਤਿਆਰ ਕਰ ਲਈ ਹੈ ਔਰ ਉਹ ਆਪਣੇ ਘਰ ਪਹੁੰਚ ਗਏ ਹੈ। ਮੈਂ ਦੱਸਦਾ ਹੁੰਦਾ ਹੈ ਕਿ ਜਿਸਨੇ ਵੀ ਅੱਜ ਤੱਕ ਕਮਾਈ ਕੀਤੀ, ਮਾਲਕ ਦੇ ਦਰਬਾਰ ਪਹੁੰਚਿਆ, ਉਸਨੇ ਸੰਤ ਮਤ ਨੂੰ ਝੁਠਲਾਇਆ ਨਹੀਂ, ਬਲਕਿ ਅਗਵਾਹੀ ਦਿੱਤੀ ਕਿ ਜੋ ਕੁਝ ਗੁਰੂ ਦੇਵ ਕਹਿੰਦੇ ਆ ਉਹ ਸਹੀ ਹੈ ਜੀ। ਸ਼ਬਦ ਭੇਦ ਔਰ ਸ਼ਬਦ ਕਮਾਈ ਜਿਨ ਜਿਨ ਕੀਨੀ ਸਾਰ ਲਈ ਸ਼ਬਦ ਰਤਾ ਸਤਿਗੁਰੂ ਪਹਿਚਾਨੋ ਹਮ ਇਹ ਪੂਰਾ ਪਤਾ ਦਏ। ਹੁਣ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਗੁਰੂ ਜੋ ਸ਼ਬਦ ਸਰੂਪੀ ਸ਼ਬਦ ਅਭਿਆਸੀ ਹੈ। ਮੈਂ ਦੱਸਦਾ ਹੁੰਦਾ ਕਿਸੇ ਸੰਤ ਕੋਲੇ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਉਸਨੇ 10-20 ਸਾਲ ਕੋਈ ਕਮਾਈ ਕੀਤੀ ਹੈ, ਕੋਈ ਕੁਰਬਾਨੀ ਕੀਤੀ ਹੈ। ਮਹਾਰਾਜ ਸਾਵਣ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ, ਕਈ ਦਿਨ ਅੰਦਰੋਂ ਨਹੀਂ ਨਿਕਲਦੇ ਸਨ, ਕਿਸ ਤਰ੍ਹਾਂ ਉਹ ਰਾਤ ਨੂੰ ਖੜ ਕੇ ਅਭਿਆਸ ਕਰਦੇ ਸਨ। ਬਾਬਾ ਜੈਮਲ ਸਿੰਘ ਦਾ ਤੁਸੀਂ ਅਭਿਆਸ ਈਸ਼ੀ ਪੜ੍ਹੀ ਹੈ ਕਿ ਕਿੰਨਾ ਉਹ ਅਭਿਆਸ ਕਰਦੇ ਹੁੰਦੇ ਸਨ। ਇਸੇ ਤਰ੍ਹਾਂ ਮਹਾਰਾਜ ਕਿਰਪਾਲ ਗੂੰਗੇ ਪਹਿਲਵਾਨ ਦੀ ਮਿਸਾਲ ਦਿੰਦੇ ਹੁੰਦੇ ਸਨ ਕਿ ਉਹ ਹਿੰਦੁਸਤਾਨ 'ਚ ਕਿਉਂ ਮਸ਼ਹੂਰ ਹੋਇਆ। ਉਹ ਰਾਤ ਨੂੰ ਜਾ ਕੇ ਕਸਰਤ ਕਰਦਾ ਹੁੰਦਾ ਸੀਗਾ। ਇਸੇ ਤਰ੍ਹਾਂ ਉਹਨਾਂ ਨੇ ਕਿਤਨਾ ਸ਼ਬਦ ਨਾਮ ਦਾ ਅਭਿਆਸ ਕੀਤਾ। ਔਰ ਜਿਹੜੇ ਲੋਕ ਭਜਨ ਅਭਿਆਸ ਤਾਂ ਕਰਦੇ ਨਹੀਂਗੇ ਔਰ ਅਸੀਂ ਉਹਨਾਂ ਤੋਂ ਨਾਮ ਪ੍ਰਾਪਤ ਕਰਦੇ ਹਾਂ ਜਾਂ ਉਹ ਦਿੰਦੇ ਹੈ, ਤੁਸੀਂ ਸੋਚ ਕੇ ਦੇਖ ਲਓ, ਇਹ ਉਹਨਾਂ ਦਾ ਕਸੂਰ ਨਹੀਂ, ਇਹ ਸਾਡੀ ਤਹਿਕੀਕਾਤ ਦਾ ਕਸੂਰ ਹੁੰਦਾ ਹੈ। ਸਭ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਇਹਨੇ ਕਦੇ ਕਮਾਈ ਕੀਤੀ ਹੈ, ਰਾਤ ਜਾਗਿਆ, ਮਿਹਨਤ ਕੀਤੀ ਹੈ, ਕੋਈ ਕੁਰਬਾਨੀ ਵੀ ਕੀਤੀ ਆ ਕੇ ਸੰਤ ਮਤ ਦੇ ਵਿੱਚ। ਸਾਡੀ ਇਹ ਹਾਲਤ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਚੂਹਾ ਖੱਡ ਨਾ ਮਾਵੇ ਤਿੱਕਲ ਬੱਧਾ ਛੱਜ। ਆਪ ਤਾਂ ਪਰਮਾਤਮਾ ਦੇ ਦਰਬਾਰ ਪਹੁੰਚੇ ਨਹੀਂ, ਆਪ ਦੇ ਮਨ ਨੂੰ ਸ਼ਾਂਤੀ ਨਹੀਂ, ਲੋਕਾਂ ਨੂੰ ਸ਼ਾਂਤੀ ਦਾ ਉਪਦੇਸ਼ ਦਿੰਦੇ ਹੈ, ਲੋਕਾਂ ਨੂੰ ਕਹਿੰਦੇ ਆ ਤੁਸੀਂ ਕੁਰਬਾਨੀ ਕਰੋ ਕਾਮਯਾਬ ਹੋ ਜਾਓਗੇ, ਲੇਕਿਨ ਕਦੇ ਆਪ ਦੇਖੀ ਆਪ ਤਾਂ ਅਸੀਂ ਕਿਸ ਤਰ੍ਹਾਂ ਲੜਦੇ ਫਿਰਦੇ ਆ, ਝਗੜਦੇ ਫਿਰਦੇ ਆ, ਇੱਕ ਦੂਜੇ ਦੀ ਨਿੰਦਿਆ ਕਰਦੇ ਫਿਰਦੇ ਆ, ਕਦੇ ਚੌਂਕੜੀ ਮਾਰ ਕੇ ਅਭਿਆਸ ਨਹੀਂ ਕੀਤਾਗਾ। ਇਸ ਵਾਸਤੇ ਮਹਾਤਮਾ ਪਿਆਰ ਨਾਲ ਕਹਿੰਦੇ ਹੈ ਕਿ ਅਸੀਂ ਤੁਹਾਨੂੰ ਇਹ ਪੂਰਾ ਪਤਾ ਦਿੰਦੇ ਹਾਂ ਕਿ ਤੁਸੀਂ ਸ਼ਬਦ ਰਤਾ ਸ਼ਬਦ ਦੇ ਵਿੱਚ ਜਜ਼ਬ ਹੋਇਆ ਮਹਾਤਮਾ ਨੂੰ ਪਕੜੋ, ਤਦ ਹੀ ਤੁਸੀਂ ਮਾਲਕ ਦੇ ਦਰਬਾਰ ਜਾ ਸਕਦੇ ਹੋ ਜੀ। ਸ਼ਬਦ ਰਤਾ ਸਤਿਗੁਰੂ ਪਹਿਚਾਨੋ ਹਮ ਇਹ ਪੂਰਾ ਪਤਾ ਦਏ। ਖੋਲੋ ਆਂਖ ਨਿਕਟ ਹੀ ਦੇਖੋ ਅਬ ਕਿਆ ਖੋਲੂ ਖੋਲ ਕੇ। ਹੁਣ ਆਪ ਕਹਿੰਦੇ ਆ ਐਸੇ ਮਹਾਤਮਾ ਦੇ ਕੋਲੇ ਅਸੀਂ ਜਾਂਦੇ ਆ, ਉਹ ਨਾਮ ਦਾ ਦੀਵਾ ਜਗਾ ਕੇ ਸਾਡੇ ਅੰਦਰ ਰੱਖ ਦਿੰਦੇ ਹੈ। ਕਹਿੰਦੇ ਅਭਿਆਸ ਕਰੋ, ਇਸ ਨੂੰ ਹੋਰ ਵਧਾਓ, ਤਰੱਕੀ ਕਰੋ। ਕਹਿੰਦੇ ਮੈਂ ਤੁਹਾਨੂੰ ਖੋਲ ਕੇ ਦੱਸ ਦਿੱਤਾ ਹੈ ਕਿ ਕਿਸ ਤਰ੍ਹਾਂ ਗੁਰੂ ਮਤ ਦੇ ਉੱਤੇ ਚੱਲਣਾ ਹੈ, ਕਿੱਥੋਂ ਗੁਰੂ ਮਤ ਸ਼ੁਰੂ ਹੁੰਦੀ ਹੈ, ਕਿਉਂ ਗੁਰੂ ਦੀ ਖੋਜ ਕਰਨੀ ਹੈ, ਕਿਉਂਕਿ ਗੁਰੂ ਤੋਂ ਬਗੈਰ ਅਸੀਂ ਪ੍ਰਮਾਤਮਾ ਦੇ ਦਰਬਾਰ ਜਾ ਹੀ ਨਹੀਂ ਸਕਦੇਗੇ। ਹਿੰਦੂ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਅਗਰ ਅਸੀਂ ਬਗੈਰ ਗੁਰੂ ਉਸ ਰਾਮ ਦੀ ਭਗਵਾਨ ਦੀ ਭਗਤੀ ਕਰਦੇ ਆ, ਉਹ ਰਾਮ ਵੀ ਅੱਗੋਂ ਠੁਕਰਾ ਦਿੰਦਾ ਹੈ। ਸੋ ਸਾਨੂੰ ਵੀ ਚਾਹੀਦਾ ਹੈ ਸੰਤਾਂ ਮਹਾਤਮਾ ਦੇ ਕਹਿਣ ਮੁਤਾਬਕ ਆਪਣੇ ਜੀਵਨ ਨੂੰ ਸਫਲ ਬਣਾਈਏ, ਇਸ ਮੌਕੇ ਤੋਂ ਫਾਇਦਾ ਉਠਾਈਏ।